ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਦੋਹਰਾ। ਹਿਮ ਸਤਿਗੁਰ ਲੀਲਾ ਕਰਤ ਚੋਰ ਜਾਰ ਪਟਵਾਰ। ਸਭ ਹਿਨ ਕੋ ਚਿੰਤਾ ਭਈ ਕਰਹਿ ਹੌਸੜੇ ਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਸੁਭਾਇਮਾਨ ਹੋ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾ ਰਹੇ ਹੋ। ਹਰ ਸਮੇਂ ਗੁਰੂ ਕਾ ਸਿੱਖ ਗੁਰੂ ਨਾਲ ਜੁੜਿਆ ਰਹਿੰਦਾ ਹੈ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਤੇ ਜਿਹੜੇ ਗੁਰੂ ਕੇ ਪੂਰਬ ਹੁੰਦੇ ਹਨ, ਇਹਦਾ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਗੁਰੂ ਸਾਹਿਬ ਨਾਲ ਜੁੜਨ ਦਾ ਸੁਭਾਗਾ ਸਮਾਂ ਹੁੰਦਾ ਹੈ। ਜਦੋਂ ਸਾਨੂੰ ਆਪਣੇ ਸਤਿਗੁਰਾਂ ਦੀ ਵਿਸ਼ੇਸ਼ ਯਾਦ ਆਉਂਦੀ ਹੈ, ਅਸੀਂ ਦੂਸਰਿਆਂ ਨੂੰ ਵੀ ਦੱਸਦੇ ਹਾਂ। ਕੱਲ੍ਹ ਨੂੰ ਨਗਰ ਕੀਰਤਨ ਦੇ ਵਿੱਚ ਵੀ ਸੰਗਤਾਂ ਨੂੰ ਦੱਸਿਆ ਜਾਏਗਾ, ਜਿੱਥੇ ਜਿੱਥੇ ਵੀ ਸਥਾਨ ਹਨ, ਗੁਰਪੁਰਬ ਮਨਾਉਣੇ, ਲੰਗਰ ਲਾਉਣੇ, ਕੀਰਤਨ ਦਰਬਾਰ ਕਰਨੇ, ਨਗਰ ਕੀਰਤਨ ਕਰਨੇ। ਉਹਦਾ ਭਾਵ ਇਹੀ ਹੈ ਵੀ ਅਸੀਂ ਆਪਣੇ ਸਤਿਗੁਰਾਂ ਨੂੰ ਯਾਦ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਯਾਦ ਕਰੀਏ, ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਹਿਮ ਸਤਿਗੁਰ ਲੀਲਾ ਕਰਤ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੇਕ ਪ੍ਰਕਾਰ ਦੀ ਲੀਲਾ ਕੀਤੀ ਹੈ। ਚੋਰ ਜਾਰ ਬਟਵਾਰ। ਗੁਰੂ ਸਾਹਿਬ ਜੀ ਦੇ ਪ੍ਰਭਾਵ ਕਰਕੇ ਜਿਹੜੇ ਚੋਰ ਯਾਰ ਡਾਕੂ ਮਾੜੇ ਲੋਕ ਸਨ, ਸਭ ਹਿਨ ਕੋ ਚਿੰਤਾ ਪਈ। ਉਹਨਾਂ ਸਾਰਿਆਂ ਨੂੰ ਖਤਰਾ ਹੋ ਗਿਆ ਹੈ, ਸਾਰਿਆਂ ਨੂੰ ਡਰ ਪੈ ਗਿਆ ਹੈ। ਕਰਹਿ ਹੌਸੜੇ ਮਾਰ। ਕਿ ਜੇ ਗੁਰੂ ਗੋਬਿੰਦ ਸਿੰਘ ਦੇ ਰਾਜ ਵਿੱਚ, ਗੁਰੂ ਮਹਾਰਾਜ ਦੇ ਇਲਾਕੇ ਵਿੱਚ ਕੋਈ ਚੋਰੀ ਕਰੇਗਾ, ਕੋਈ ਡਾਕਾ ਮਾਰੇਗਾ, ਕੋਈ ਮਾੜਾ ਕੰਮ ਕਰੇਗਾ, ਤਾਂ ਬੜੀਆਂ ਜੁੱਤੀਆਂ ਪੈਣਗੀਆਂ, ਬੜੇ ਖੋਸੜੇ ਪੈਣਗੇ। ਦੁਸ਼ਟਾਂ ਨੂੰ, ਪਾਪੀਆਂ ਨੂੰ ਕੰਨ ਹੋ ਗਏ ਹਨ। ਕਿਉ ਬਈ ਨਿਰਭੈ ਬਨਕ ਠਾਣਤ ਵਿਵਹਾਰਾ। ਕਹਿੰਦੇ ਜਿਹੜੇ ਬਾਣੀਏ ਲੋਕ ਹਨ, ਉਹ ਨਿਰਭੈ ਹੋ ਕੇ ਆਪਣਾ ਆਪਣਾ ਵਿਹਾਰ ਕਰਨ ਲੱਗੇ ਹਨ। ਗਇਓ ਚੋਰ ਤੇ ਅਚਰਜ ਧਾਰਾ। ਕਹਿੰਦੇ ਇਸ ਗੱਲ ਤੋਂ ਸਾਰੇ ਹੈਰਾਨ ਹੋਏ ਨੇ ਵੀ ਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਚੋਰ ਫੜ ਲਿਆ ਹੈ। ਜਿਹਨੇ ਬਾਣੀਏ ਦਾ ਪੈਸਾ 500 ਰੁਪਈਆ 700 ਰੁਪਈਆ ਚੋਰੀ ਕੀਤਾ ਸੀ, ਗੁਰੂ ਸਾਹਿਬ ਨੇ ਉਸ ਚੋਰ ਦਾ ਨਾਂ, ਥਾਂ, ਟਿਕਾਣਾ ਦੱਸ ਕੇ ਚੋਰ ਨੂੰ ਫੜਾ ਕੇ ਸਾਰਿਆਂ ਨੂੰ ਦੱਸ ਦਿੱਤਾ ਹੈ ਵੀ ਸਤਿਗੁਰੂ ਅੰਤਰਜਾਮੀ ਹਨ, ਇਹਨਾਂ ਤੋਂ ਕੋਈ ਬੰਦਾ ਕਿਸੇ ਤਰ੍ਹਾਂ ਵੀ ਕੋਈ ਚੀਜ਼ ਚੁਰਾ ਨਹੀਂ ਸਕਦਾ। ਸੋਨੀ ਵਸਤਰ ਹੈ ਕਿਸ ਥਾਈ। ਉਸ ਦਿਨ ਤੋਂ ਬਾਅਦ ਅਨੰਦਪੁਰ ਸਾਹਿਬ ਵਿੱਚ ਚੋਰੀ ਨਹੀਂ ਹੋਈ। ਜਿੱਥੇ ਵੀ ਕੋਈ ਚੀਜ਼ ਪਈ ਹੈ, ਉਹ ਪਈ ਹੈ, ਕੋਈ ਉਸ ਚੀਜ਼ ਨੂੰ ਛੇੜਦਾ ਨਹੀਂ। ਨਹਿ ਕੋ ਸਕੈ ਹੱਥ ਕੋ ਪਾਈ। ਕੋਈ ਹੱਥ ਨਹੀਂ ਪਾ ਸਕਦਾ ਕਿਸੇ ਦੀ ਚੀਜ਼ ਪਈ ਹੋਵੇ, ਸੋਨਾ ਪਿਆ ਹੋਵੇ, ਕੁਛ ਵੀ ਪਿਆ ਹੋਵੇ, ਕੋਈ ਚੋਰੀ ਨਹੀਂ ਕਰਦਾ। ਕੇਤਕ ਦਿਨ ਗੁਰ ਕੇ ਲੰਪੁਰ ਮੈਂ। ਕੁਝ ਦਿਨ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ, ਜੋ ਗੁਰੂ ਕਾ ਲਾਹੌਰ ਵਸਿਆ ਹੈ, ਬਸੇ ਬਨਕ ਧਰ ਆਨੰਦਪੁਰ ਮੈਂ। ਉੱਥੇ ਬਾਣੀਏ ਦੁਕਾਨਦਾਰ ਜਿੰਨੇ ਵੀ ਆਏ ਸਨ, ਬੜੀ ਖੁਸ਼ੀ ਦੇ ਨਾਲ ਰਹੇ ਹਨ। ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਵੀ ਕਈ ਦਿਨ ਦੁਕਾਨਾਂ ਲੱਗਦੀਆਂ ਰਹੀਆਂ। ਕੁਝ ਦਿਨ ਮਹਾਰਾਜ ਸਾਹਿਬ ਜੀ ਦੇ ਵਿਆਹ ਤੋਂ ਬਾਅਦ ਵੀ ਉੱਥੇ ਬਾਜ਼ਾਰ ਲੱਗਾ ਰਿਹਾ, ਤੇ ਬਾਣੀਏ ਆਪਣੀਆਂ ਆਪਣੀਆਂ ਦੁਕਾਨਾਂ ਲੈ ਕੇ ਬੈਠੇ ਰਹੇ ਹਨ। ਆਟਿਓ ਲਾਭ ਜਿਤਕ ਵਿਵਹਾਰੂ। ਔਰ ਜਿੰਨਾ ਉਹਨਾਂ ਨੇ ਵਿਹਾਰ ਕੀਤਾ ਹੈ, ਜਿੰਨਾ ਉਹਨਾਂ ਨੇ ਲਾਭ ਖੱਟਿਆ ਹੈ, ਯਾਨੀ ਦੁੱਗਣੇ ਚੌਗਣੇ ਪੈਸੇ ਬਣੇ ਹਨ। ਸਭ ਦਾ ਮਹਾਰਾਜ ਪਰਮੇਸ਼ਰ ਨੇ ਕਿਰਪਾ ਕਰਕੇ ਘਰ ਪੂਰਾ ਕੀਤਾ ਹੈ। ਉਤਸਵ ਜੁਤ ਗੁਰ ਦਰਸ ਨਿਹਾਰੂ। ਗੁਰੂ ਦਾ ਵਿਆਹ ਹੋਇਆ ਹੈ,
ਇਸ ਦੀ ਖੁਸ਼ੀ ਸਾਰਿਆਂ ਨੂੰ ਹੈ। ਸਾਰਿਆਂ ਨੇ ਸਤਿਗੁਰਾਂ ਦੇ ਵਿਆਹ ਵਿੱਚ ਗੁਰੂ ਦੇ ਦਰਸ਼ਨ ਕੀਤੇ ਹਨ। ਕਲਗੀਧਰ ਕੋ ਸਸੁਰ ਅਨੰਦਿਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਦੇ ਸਹੁਰਾ ਸਾਹਿਬ ਜੀ ਗਾਂਤਨ ਸਹਿਤ ਆਨ ਕਰ ਬੰਦਿਓ। ਭਾਈ ਹਰ ਜਸ ਸੁਭਿਖੀਆ ਆਇਆ ਹੈ ਤੇ ਆ ਕੇ ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਦੇ ਨਮਸਕਾਰ ਕੀਤੀ ਹੈ ਚਰਨਾਂ ਵਿੱਚ। ਮਹਾਰਾਜ ਕਾਰਜ ਸਭ ਭਇਓ, ਬਾਬਾ ਹਰਜਸ ਜੀ ਬੇਨਤੀ ਕਰਦੇ ਕਿ ਹੇ ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਵਿਆਹ ਦਾ ਕਾਰਜ ਸੰਪੂਰਨ ਹੋ ਗਿਆ ਹੈ। ਹਿਰਦੇ ਮਨੋਰਥ ਪੂਰਨ ਕਯੋ, ਮਨ ਦੇ ਸਾਰੇ ਹੀ ਮਨੋਰਥ ਪੂਰੇ ਹੋ ਗਏ ਹਨ। ਅਬ ਚਾਹ ਸਭ ਸਦਨ ਸਿਧਾਰਾ, ਹੁਣ ਸਾਰੇ ਹੀ ਮਹਾਰਾਜ ਆਪੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਜਿੰਨੇ ਵਿਆਹ ਵਿੱਚ ਮੇਲੀ ਆਏ ਸਨ ਉਹ ਹੁਣ ਵਾਪਸ ਆਪਣੇ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਨਗਰਾਂ ਨੂੰ ਜਾਣਾ ਚਾਹੁੰਦੇ ਹਨ। ਆਪੇ ਆਪਣੀ ਕਰਤ ਸੰਭਾਰਾ, ਆਪਣੇ ਆਪਣੇ ਘਰਾਂ ਦੀ ਯਾਦ ਆ ਗਈ ਹੈ। ਕਿਸੇ ਨੂੰ ਆਪਣੀ ਦੁਕਾਨ ਦੀ ਜ਼ਿੰਮੇਵਾਰੀ ਹੈ, ਕਿਸੇ ਨੇ ਜਾ ਕੇ ਆਪਣੇ ਖੇਤਾਂ ਨੂੰ ਪਾਣੀ ਲਾਉਣਾ ਹੈ, ਕਿਸੇ ਨੇ ਬਿਜ਼ਨਸ ਵਪਾਰ ਕਰਨਾ ਹੈ। ਜਿਹੜਾ ਵੀ ਕਿਸੇ ਦਾ ਕੋਈ ਕੰਮਕਾਰ ਹੈ ਜਾ ਕੇ ਕਰੀਏ। ਹੁਣ ਮਹਾਰਾਜ ਸਾਨੂੰ ਵਾਪਸ ਜਾਣ ਦੀ ਆਗਿਆ ਬਖਸ਼ੋ। ਸੁਣਦੇ ਹੁਕਮ ਸਭੈ ਤੁਮ ਜਾਵੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸੁਣ ਕੇ ਉਸ ਵੇਲੇ ਹੁਕਮ ਦਿੱਤਾ ਹੈ। ਸਿਮਰੋ ਸਤਨਾਮ ਸੁਖ ਪਾਵੋ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਜਾਓ ਹੁਣ ਲਾਹੌਰ ਨੂੰ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ, ਸੁਖ ਪਾਓਗੇ। ਲਾਹੌਰ ਕੀ ਸੰਗਤ ਸੁਨ ਸਾਰੀ, ਲਾਹੌਰ ਦੀ ਸਾਰੀ ਸੰਗਤ ਸੁਣ ਕੇ ਵਸ ਸੰਵਾਰ ਕਰੀ ਨਿਜ ਤਿਆਰੀ। ਉਹਨਾਂ ਨੇ ਆਪਣਾ ਸਮਾਨ ਸਾਂਭਿਆ ਹੈ ਤੇ ਤਿਆਰੀਆਂ ਕੀਤੀਆਂ ਹਨ। ਕਰ ਕਰ ਬੰਧਨ ਪੰਥ ਪਧਾਰੇ, ਔਰ ਨਮਸਕਾਰਾਂ ਕਰਕੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਆਪਣੇ ਰਾਹ ਪੈ ਗਏ ਹਨ। ਸਿਮਰੋ ਪਰ ਸਰੰਦ ਸਧਾਰੇ, ਰੋਪੜ ਸਰਹੰਦ ਦੇ ਰਸਤੇ ਚੱਲ ਪਏ ਹਨ। ਹੁਸ਼ਿਆਰਪੁਰ ਗਏ ਚਲ ਕੇ, ਤੇ ਕਈ ਹੁਸ਼ਿਆਰਪੁਰ ਗਏ ਹਨ। ਹੁਸ਼ਿਆਰਪੁਰ ਤੋਂ ਜਿਹੜੇ ਆਏ ਹੁਸ਼ਿਆਰਪੁਰ ਚਲੇ ਗਏ। ਜਿਹੜੇ ਦੁਕਾਨਦਾਰ ਰੋਪੜ ਤੋਂ ਆਏ ਉਹ ਰੋਪੜ ਚਲੇ ਗਏ ਵਾਪਸ। ਜਿਹੜੇ ਸਰਹੰਦ ਤੋਂ ਆਏ ਸਨ ਉਹ ਸਰਹੰਦ ਚਲੇ ਗਏ ਹਨ। ਕਰੇ ਵਾਰਤਾ ਮਿਲ ਮਿਲ ਤੇ, ਉਹ ਸਾਰੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹਨ। ਉਹ ਕਹਿੰਦੇ ਹਨ ਵਿਆਹ ਤਾਂ ਬੜੇ ਵੇਖੇ ਹਨ ਪਰ ਜਿਹੜਾ ਇਸ ਵਿਆਹ ਦਾ ਆਨੰਦ ਆਇਆ ਹੈ ਉਹ ਕਦੀ ਨਹੀਂ ਆਇਆ। ਔਰ ਮੇਲਿਆਂ ਵਿੱਚ ਵੀ ਜਾ ਕੇ ਦੁਕਾਨਾਂ ਲਾਈਆਂ ਨੇ, ਕਾਰੋਬਾਰ ਬਿਜ਼ਨਸ ਵੀ ਅੱਗੇ ਬੜਾ ਕੀਤਾ ਹੈ, ਪਰ ਜਿਹੜਾ ਵਾਧਾ ਐਤਕੀ ਸਾਨੂੰ ਲਾਭ ਹੋਇਆ ਹੈ ਗੁਰੂ ਮਹਾਰਾਜ ਦੇ ਵਿਆਹ ਦੇ ਵਿੱਚ ਉਹਦੀ ਵੀ ਕੋਈ ਰੀਸ ਨਹੀਂ ਹੈ। ਬਾਹਰ ਨਿਕਾਸਨ ਤਸਕਰ ਗਇਓ, ਤੇ ਸਭ ਤੋਂ ਵੱਡੀ ਗੱਲ ਕੌਤਕ ਮਹਾਰਾਜ ਨੇ ਕੀਤਾ ਵੀ ਇੱਕ ਤਾਂ ਆਪਣੇ ਬਰਛੇ ਦੇ ਨਾਲ ਪੱਥਰ ਵਿੱਚੋਂ ਪਾਣੀ ਪ੍ਰਗਟ ਕਰ ਦਿੱਤਾ। ਗੁਰੂ ਕੇ ਲਾਹੌਰ ਤ੍ਰਿਵੇਣੀ ਪ੍ਰਗਟ ਕਰ ਦਿੱਤੀ, ਗੰਗਾ ਜਮਨਾ ਸਰਸਤੀ ਦਾ ਸੰਗਮ ਕਰ ਦਿੱਤਾ। ਦੂਸਰਾ ਕੌਤਕ ਇਹ ਕਰਕੇ ਵਿਖਾਇਆ ਆਪਣੀ ਅੰਤਰਯਾਮਤਾ ਦੇ ਨਾਲ ਚੋਰ ਦਾ ਥਾਂ ਟਿਕਾਣਾ ਸਭ ਕੁਝ ਦੱਸ ਦਿੱਤਾ ਤੇ ਚੋਰੀ ਫੜਵਾ ਦਿੱਤੀ ਹੈ। ਵਿਆਹ ਸੁਕੋਤਕ ਜੈਸੇ ਲਹਿਓ, ਜਿਸ ਤਰ੍ਹਾਂ ਦਾ ਵੀ ਵਿਆਹ ਸੁਕੋਤਕ ਜੈਸੇ ਲਹਿਓ। ਵਿਆਹ ਦਾ ਜੋ ਵੀ ਕੌਤਕ ਵੇਖਿਆ ਸੀ ਉਹ ਸਾਰਾ ਆਪਸ ਵਿੱਚ ਇੱਕ ਦੂਜੀ ਨਾਲ ਗੱਲਾਂ ਕਰਦੇ ਹਨ। ਸੁਣ ਸੁਣਿਆ ਪਰ ਸਿੱਖ ਹਰ ਖਾਏ, ਜਿਹੜੇ ਲੋਕ ਵਿਆਹ 'ਚ ਨਹੀਂ ਸੀ ਆਏ ਗੁਰੂ ਕੇ ਸਿੱਖ ਜਦੋਂ ਉਹ ਸੁਣਦੇ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ। ਗੁਰਸਿੱਖਾਂ ਕੇ ਮਨ ਭਾਉਂਦੀ ਗੁਰ ਸਤਿਗੁਰ ਕੀ ਵਡਿਆਈ। ਗੁਰੂ ਕੇ ਸਿੱਖਾਂ ਨੂੰ ਗੁਰੂ ਦਾ ਜਸ ਚੰਗਾ ਲੱਗਦਾ ਹੈ। ਗੁਰ ਤੇ ਕੁਛ ਅਚਰਜ ਨੇ ਪਾਏ, ਉਹ ਕਹਿੰਦੇ ਗੁਰੂ ਸਾਹਿਬ ਵਾਸਤੇ ਕੀ ਅਚਰਜ ਹੈ ਜੋ ਨਹੀਂ ਹੋ ਸਕਦਾ, ਗੁਰੂ ਮਹਾਰਾਜ ਉਹ ਵੀ ਕਰ ਸਕਦੇ ਹਨ। ਚਾਹੇ ਸੋ ਕਰੇ ਸ਼ਕਤ ਸਭ ਧਾਰੀ। ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਵ ਸ਼ਕਤੀਮਾਨ ਹਨ, ਜੋ ਚਾਹਣ ਸੋ ਕਰ ਸਕਦੇ ਹਨ। ਨਹੀਂ ਕੁਛ ਅਟਕੈ ਜਿਨੂੰ ਅਗਾਰੀ, ਸਰਵ ਕਲਾ ਸਮਰੱਥ ਬ੍ਰਹਮ ਗਿਆਨੀ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਕੌਣ ਅੜ ਸਕਦਾ ਹੈ। ਕੋਈ ਮਸਲਾ ਨਹੀਂ। ਉਹ ਤਾਂ ਇੱਕ ਪਹਾੜ ਵਿੱਚੋਂ ਤਾਂ ਕੀ
ਉਹਦਾ ਵਰਛਾ ਮਾਰ ਕੇ ਪੂਰੇ ਬ੍ਰਹਮੰਡ ਨੂੰ ਪਾੜ ਸਕਦੇ ਹਨ ਤੇ ਜੋ ਵੀ ਚਾਹਣ ਪ੍ਰਗਟ ਕਰ ਸਕਦੇ। ਗੰਗਾ ਜਮਨਾ ਸਰਸਵਤੀ ਆਦਿਕ ਨਦੀਆਂ ਵੀ ਉਹਨਾਂ ਦੀਆਂ ਚਰਾਈਆਂ ਹੋਈਆਂ ਹਨ। ਪੁਰ ਪੁਰ ਗ੍ਰਾਮ ਗ੍ਰਾਮ ਘਰ ਘਰ ਮੈਂ ਪੁਰ ਪੁਰ ਪਿੰਡ ਪਿੰਡ ਨਗਰ ਨਗਰ ਘਰ ਘਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕੀਰਤੀ ਹੋ ਰਹੀ ਹੈ, ਗੁਰੂ ਦਾ ਜਸ ਹੋ ਰਿਹਾ ਹੈ। ਕੀਰਤ ਕਰਤ ਹਰ ਧਰ ਪੁਰ ਮੈਂ ਮਹਾਰਾਜ ਦਾ ਜਸ ਕਰਦੇ ਹਨ, ਮਹਾਰਾਜ ਦੀ ਕੀਰਤੀ ਕਰਦੇ ਹਨ ਖੁਸ਼ੀ ਦੇ ਵਿੱਚ ਆ ਕੇ। ਦੇ ਕਰ ਧਰਮ ਸਰਬ ਬੇਦੀਨ ਜਿੰਨੇ ਬੇਦੀ ਆਏ ਸਨ, ਗੁਰੂ ਨਾਨਕ ਦੇਵ ਜੀ ਦਾ ਪਰਿਵਾਰ ਬੇਦੀ ਵੰਸ਼ ਹੈ। ਸਾਧ ਸੰਗਤ ਜੀ, ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜੈ ਤੈ ਭਏ ਸਹਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਪੋਤਰੇ ਪੜਪੋਤਰੇ ਜੋ ਆਏ ਸਨ, ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੇ ਸਰੋਪੇ ਦਿੱਤੇ ਹਨ, ਬਹੁਤ ਸਾਰੀ ਮਾਇਆ ਵੀ ਅਰਦਾਸ ਕਰਾਈ ਹੈ। ਵਿਦਾ ਕਰੇ ਪਗ ਮਗ ਮਹਿਦੀਨ ਬੜੇ ਸਤਿਕਾਰ ਨਾਲ ਵਿਦਾ ਕੀਤਾ ਹੈ ਤੇ ਬੇਦੀ ਸਾਹਿਬਜ਼ਾਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਾ ਹੋ ਕੇ ਆਪਣੇ ਆਪਣੇ ਨਗਰਾਂ ਨੂੰ ਡੇਰਾ ਬਾਬਾ ਨਾਨਕ ਨੂੰ ਚੱਲ ਪਏ ਹਨ। ਹੁਣ ਸ੍ਰੀ ਅੰਗਦ ਕੁਲ ਕੇ ਜੀ ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਜੀ ਦੇ ਜੋ ਸਾਹਿਬਜ਼ਾਦੇ ਖੰਡੂਰ ਸਾਹਿਬ ਤੋਂ ਚੱਲ ਕੇ ਆਏ ਹਨ, 63 ਸਾਹਿਬਜ਼ਾਦੇ ਹਨ। ਜਥਾ ਜੋਗ ਲੈ ਗਮਨੇ ਤੇਈ ਕਹਿੰਦੇ ਉਹ ਯਥਾ ਯੋਗ ਉਹਨਾਂ ਨੂੰ ਵੀ ਮਾਣ ਸਨਮਾਨ ਇੱਜ਼ਤ ਦੇ ਨਾਲ ਸਰੋਪੇ ਦੇ ਕੇ ਤੋਰਿਆ ਹੈ। ਸ੍ਰੀ ਗੁਰੂ ਅਮਰਦਾਸ ਕੀ ਅੰਸ ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਜੋ ਅੰਸ਼ ਬੰਸ ਹਨ, ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਹਨ, ਭੱਲੇ ਸਾਹਿਬਜ਼ਾਦੇ ਹਨ। ਉਜਲ ਮਤ ਜਿਨ ਹੋਏ ਜਿਮ ਹੰਸ ਜਿਨ੍ਹਾਂ ਦੀ ਬਿਰਤੀ ਬੜੀ ਨਿਰਮਲ ਹੈ, ਬੜੇ ਪਵਿੱਤਰ ਆਤਮਾ ਹਨ। ਸਾਦਰ ਦੇਤ ਵਿਸਰਜਨ ਕੀਨੇ ਉਹਨਾਂ ਨੂੰ ਵੀ ਬੜੇ ਸਤਿਕਾਰ ਨਾਲ ਸਰੋਪੇ ਦੇ ਕੇ ਵਿਦਾ ਕੀਤਾ ਹੈ। ਵਿਆਹ ਸਾਹਿਤ ਚਲੇ ਕਬੀਨੇ ਗੁਰੂ ਮਹਾਰਾਜ ਦੀ ਸਿਫਤ ਸੁਲਾਗਾ ਕਰਦੇ ਹੋਏ ਸਭ ਜਾ ਰਹੇ ਹਨ ਆਪਣੇ ਆਪਣੇ ਘਰਾਂ ਨੂੰ। ਮਾਝੇ ਦੇਸ਼ ਸੰਗਤਾਂ ਸਾਰੀ ਮਾਝਾ ਦੇਸ਼ ਸ੍ਰੀ ਅੰਮ੍ਰਿਤਸਰ ਤਰਨ ਤਾਰਨ ਦਾ ਜੋ ਇਲਾਕਾ ਹੈ ਇਹਨੂੰ ਮਾਝਾ ਦੇਸ਼ ਕਹਿੰਦੇ ਹਨ। ਜਿਹੜਾ ਜਲੰਧਰ ਦਾ ਫਿਰੋਜ਼ਸ਼ਾਹਪੁਰ ਦਾ ਇਲਾਕਾ ਇਹਨੂੰ ਦੁਆਬਾ ਦੇਸ਼ ਕਹਿੰਦੇ ਹਨ। ਇਹ ਜਿਹੜਾ ਮਾਝਾ ਦੇਸ਼ ਹੈ ਦੁਨੀ ਚੰਦ ਕੋ ਕਰੈ ਅਗਾਰੀ ਉਹ ਦੀਵਾਨ ਉੱਥੋਂ ਦਾ ਜਿਹੜਾ ਸੀ ਵੱਡਾ ਮਸੰਦ ਮਾਝੇ ਦਾ, ਉਹਦਾ ਨਾਮ ਸੀ ਦੁਨੀ ਚੰਦ। ਭਾਈ ਸਾਧੂ ਦਾ ਪੋਤਰਾ ਬੜਾ ਯੋਧਾ, ਬੜਾ ਜਵਾਨ ਸੀਗਾ। ਕਹਿੰਦੇ 6.5 ਫੁੱਟ 7 ਫੁੱਟ ਦਾ ਤਾਂ ਕੱਦ ਸੀ ਉਹਦਾ, ਤੇ ਛਕਦਾ ਛਕਾਂਦਾ ਵੀ ਬੜਾ ਸੀ, ਮੋਟਾ ਤਾਜ਼ਾ ਮਸੰਦ ਦੁਨੀ ਚੰਦ। ਹੱਥ ਜੋਰ ਸਭ ਅਰਜ਼ ਗੁਜ਼ਾਰੀ ਮਾਝੇ ਦੇ ਸਿੱਖਾਂ ਨੇ ਵੀ ਹੱਥ ਜੋੜ ਕੇ ਭਾਈ ਦੁਨੀ ਚੰਦ ਨੂੰ ਅੱਗੇ ਕੀਤਾ ਤੇ ਦੁਨੀ ਚੰਦ ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕਰਨ ਲੱਗਾ, ਪ੍ਰਭ ਜੀ ਕਰੋ ਖੁਸ਼ੀ ਹਮ ਤਿਆਰੀ। ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਆਗਿਆ ਦਿਓ, ਪਿੰਡਾਂ ਨੂੰ ਜਾਈਏ। ਆਪ ਜੀ ਦੇ ਵਿਆਹ ਦਾ ਕਾਰਜ ਸੰਪੂਰਨ ਹੋ ਗਿਆ ਹੈ, ਜਦੋਂ ਹੁਕਮ ਹੋਵੇਗਾ ਅਸੀਂ ਫੇਰ ਆ ਜਾਵਾਂਗੇ। ਸਿਰੇ ਪਾਓ ਸਭ ਕੋ ਦਬ ਦਿਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੀਵਾਨ ਆਪਣੇ ਮਸੰਦਾਂ ਨੂੰ ਬੁਲਾ ਕੇ ਤੇ ਮਾਝੇ ਦਾ ਮਸੰਦ ਦੁਨੀ ਚੰਦ ਉਹਦੇ ਗਲ 'ਚ ਸਰੋਪਾ ਪਾਇਆ ਹੈ। ਗੁਰੂ ਘਰ ਕੋਲੇ ਸਰ ਸੇ ਗੁਰੂ ਘਰ ਕੋਲੇ ਸਿਰ ਧਰ ਲੀਨੇ ਗੁਰੂ ਘਰ ਦੇ ਸਰੋਪੇ ਸਾਰੇ ਮਸੰਦਾਂ ਨੂੰ ਮਿਲੇ ਹਨ। ਜਿੰਨੇ ਵੀ ਮਸੰਦ ਆਏ ਸਨ, ਸੰਗਤਾਂ ਨੂੰ ਲੈ ਕੇ ਆਏ ਸਨ, ਦੇਸ਼ਾਂ ਤੋਂ ਪਰਦੇਸਾਂ ਤੋਂ ਗੁਰੂ ਦੇ ਵਿਆਹ ਵਿੱਚ ਸ਼ਾਮਲ ਹੋਣ ਆਏ ਸਨ। ਗੁਰੂ ਸਾਹਿਬ ਜੀ ਨੇ ਸਾਰਿਆਂ ਦਾ ਮਾਣ ਸਨਮਾਨ ਕਰਕੇ ਤੋਰਿਆ ਹੈ। ਸੁਜਾ ਸੁਚਾਰਤ ਗਮਨੇ ਦੇਸ ਸਾਰੇ ਮਸੰਦ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਵਾਪਸ ਆਪਣੇ ਆਪਣੇ ਇਲਾਕਿਆਂ ਨੂੰ ਚਲੇ ਗਏ ਹਨ। ਧੰਨ ਗੁਰੂ ਜਨ ਚਲਿਤ ਵਿਸ਼ੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਜਿਨ੍ਹਾਂ ਦੇ ਕੌਤਕ ਬੜੇ ਹੀ ਨਿਆਰੇ, ਬੜੇ ਹੀ ਅਚਰਜ ਹਨ। ਇਸੀ ਰੀਤ ਕਿਜੇ ਅਨਕ ਮਸੰਦ ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਵੀ ਅਨੇਕਾਂ ਦੇਸ਼ਾਂ ਦੇ ਮਸੰਦ ਆਏ ਹਨ। ਸੰਗ ਸੰਗਤਾਂ ਜਿਨਹੁ ਬਿਲੰਦ ਜਿਨ੍ਹਾਂ ਦੇ ਨਾਲ ਬੜੀਆਂ ਸੰਗਤਾਂ ਆਈਆਂ ਹਨ। ਸੋ ਸਭ ਸਿਰ ਪਾਓ ਕੋ ਲੈ ਗਏ ਉਹ
ਸੋਹਣੀ ਬਸੰਤ ਵੀ ਆਪਣੀਆਂ ਸੰਗਤਾਂ ਸਮੇਤ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਸਰੋਪੇ ਲੈ ਕੇ ਗਮਨੇ ਨਿਰਦੇਸ਼ਨ ਹਰ ਹੈ ਗਏ ਆਪਣੇ ਆਪਣੇ ਇਲਾਕਿਆਂ ਨੂੰ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਹਨ। ਲੰਮੇ ਕੀ ਬਜੇ ਤਨੀ ਆਦੇ ਲੰਮਾ ਘੇਪ ਧੰਨੀ ਘੇਪ ਜਿਹਨੂੰ ਕਹਿੰਦੇ ਆ, ਪਾਕਿਸਤਾਨ ਵਿੱਚ ਇਲਾਕਾ ਚਲਾ ਗਿਆ ਹੈ। ਲੰਮਾ ਦੇਸ਼, ਨੱਕਾ ਦੇਸ਼, ਧੰਨੀ ਘੇਪ, ਪੋਠੋਹਾਰ, ਇਹ ਸਾਰਾ ਇਲਾਕਾ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਕਾਬਲ ਨਰ ਬਸੌਰ ਅਹਲਾਦ ਪਿਸ਼ਾਵਰ ਹੈ, ਮੁਲਤਾਨ ਹੈ, ਇਸੇ ਤਰ੍ਹਾਂ ਜਲਾਲਾਬਾਦ ਹੈ ਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਹੈ। ਜੇ ਸ਼ਿਕਾਰਪੁਰ ਬਲਕ ਬੁਖਾਰਾ ਔਰ ਬਲਖ ਬੁਖਾਰਾ ਈਰਾਨ ਹੈ। ਸ਼ਿਕਾਰਪੁਰ ਆਦਿਕ ਜਿਹੜੇ ਸ਼ਹਿਰ ਹਨ ਪੱਛਮ ਦੇ ਵਾਲੇ ਪਾਸੇ ਹਨ। ਸੰਗਤ ਆਵਤ ਜਾਤ ਹਜ਼ਾਰਾਂ ਉੱਥੋਂ ਦੀਆਂ ਹਜ਼ਾਰਾਂ ਸੰਗਤਾਂ ਆਉਂਦੀਆਂ ਜਾਂਦੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਸਨ। ਉਹ ਸਾਰੀਆਂ ਸੰਗਤਾਂ ਨੂੰ ਨਗਰ ਤੁਲੰਬਾ ਅਰ ਮੁਲਤਾਨ ਤੁਲੰਬਾ ਸ਼ਹਿਰ ਹੈ ਤੇ ਮੁਲਤਾਨ ਸ਼ਹਿਰ ਹੈ ਪੱਛਮ ਦੇ ਵਿੱਚ। ਨਿਕਟ ਦੂਰ ਗਿਣਿਆ ਕਿਤਿਆਨ ਕਹਿੰਦੇ ਨੇੜੇ ਦੂਰ ਕਿੰਨੇ ਕੁ ਸ਼ਹਿਰ ਗਿਣੀਏ ਜਿੱਥੋਂ ਸੰਗਤਾਂ ਚੱਲ ਕੇ ਆਈਆਂ ਸੀ ਕਲਗੀਧਰ ਦਾ ਵਿਆਹ ਵੇਖਣ ਵਾਸਤੇ। ਪੂਰਬ ਦੇਸ਼ ਕਾਮਰੂ ਆਦਿ ਔਰ ਪੂਰਬ ਵਾਲੇ ਪਾਸੇ ਕਾਮਰੂ ਦੇਸ਼ ਹੈ, ਅਸਾਮ ਦੀ ਧਰਤੀ ਹੈ, ਬਿਹਾਰ ਹੈ, ਪਟਨਾ ਹੈ, ਪੀਨਾ ਹੈ, ਮੁੰਗੇਰ ਹੈ। ਇਸੇ ਤਰ੍ਹਾਂ ਲక్ష్ਮੀਪੁਰ, ਕੰਤਨਗਰ, ਬੰਗਲਾਦੇਸ਼ ਤੱਕ ਸੰਗਤਾਂ ਆਈਆਂ ਹਨ। ਢਾਕਾ ਕਾਂਸੀ ਫਰਕਾਬਾਦ ਢਾਕਾ ਬੰਗਲਾਦੇਸ਼ ਹੈ, ਕਾਂਸੀ ਹੈ, ਕਾਸ਼ੀ ਸ਼ਹਿਰ ਬਨਾਰਸ ਤੋਂ ਸੰਗਤਾਂ ਆਈਆਂ ਹਨ। ਫਰੁਖਾਬਾਦ ਤੋਂ, ਲਖਨਊ ਤੋਂ, ਕਾਨਪੁਰ ਤੋਂ, ਇਹ ਜਿਹੜਾ ਪੂਰਬ ਦਾ ਇਲਾਕਾ ਹੈ ਉੱਥੋਂ ਵੀ ਬੜੀਆਂ ਸੰਗਤਾਂ ਵਿਆਹ ਵਿੱਚ ਸ਼ਾਮਲ ਹੋਣ ਆਈਆਂ ਸਨ। ਸਾਰੀਆਂ ਸੰਗਤਾਂ ਗੁਰੂ ਦਾ ਵਿਆਹ ਵੇਖ ਕੇ ਵਾਪਸ ਚਲੀਆਂ ਹਨ। ਪਟਨਾਪੁਰ ਮਕਸੂਦਾਬਾਦ ਸ੍ਰੀ ਪਟਨਾ ਸਾਹਿਬ ਅਤੇ ਮਕਸੂਦਾਬਾਦ ਜਿਹੜੇ ਸ਼ਹਿਰ ਹਨ। ਪੁਰ ਬੋਹਰਾਨ ਅਕਬਰਾਬਾਦ ਤੇ ਇਧਰ ਦੱਖਣ ਦੇ ਵਿੱਚ ਬੁਰਹਾਨਪੁਰ ਹੈ ਤੇ ਅਕਬਰਾਬਾਦ ਹੈਦਰਾਬਾਦ ਹੈ। ਦੱਖਣ ਮੈਂ ਉਜੈਨਪੁਰ ਰਹੇ ਔਰ ਦੱਖਣ ਚ ਉਜੈਨ ਨਗਰੀ ਇੰਦੌਰ ਦੇ ਲਾਗੇ ਹੈ, ਬਹੁਤ ਪੁਰਾਣਾ, ਉੱਥੇ ਵੀ ਬੜੇ ਸਿੱਖ ਰਹਿੰਦੇ ਹਨ। ਔਰ ਹੈਦਰਾਬਾਦ ਨਗਰ ਫਿਰ ਹੈ। ਹੈਦਰਾਬਾਦ ਇੱਕ ਸ਼ਹਿਰ ਹੈ ਦੱਖਣ ਦੇ ਵਿੱਚ, ਹਜੂਰ ਸਾਹਿਬ ਤੋਂ ਵੀ ਅੱਗੇ, ਉੱਥੋਂ ਵੀ ਸੰਗਤ ਆਈ ਹੋਈ ਵਿਆਹ ਵੇਖਣ ਸਭ ਪਾਸੇ ਵਾਸਤੇ। ਸਿੱਖ ਸੰਗਤ ਆਵੇ ਸਾਰਿਆਂ ਨਗਰਾਂ ਤੋਂ ਸਿੱਖ ਸੰਗਤਾਂ ਆਉਂਦੀਆਂ ਸਨ। ਦਰਸ਼ਨ ਕਰੇ ਕਾਮ ਨਾ ਪਾਵੇ ਮਹਾਰਾਜ ਦੇ ਦਰਸ਼ਨ ਕਰਕੇ ਮਨੋਕਾਮਨਾ ਪਾਉਂਦੀਆਂ, ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਮ ਚਾਹੋ ਜਗਨ ਸੁਜਸ ਪਸਾਰਾ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਸਾਰੀ ਦੁਨੀਆ 'ਚ ਪਸਰੀ ਹੋਈ ਹੈ। ਚੌਹਾਂ ਚੱਕਾਂ ਵਿੱਚ ਜੈ ਜੈਕਾਰ ਹੋ ਰਹੀ ਹੈ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ। ਚਲੇ ਆਏ ਗੁਰ ਕੇ ਦਰਬਾਰਾ। ਚਾਰੇ ਪਾਸਿਓਂ ਦੁਨੀਆ ਮਹਾਰਾਜ ਦੇ ਦਰਬਾਰ ਵਿੱਚ ਆਉਂਦੀ ਹੈ। ਸ੍ਰੀ ਅਨੰਦਪੁਰ ਸਾਹਿਬ ਆ ਕੇ ਕਲਗੀਧਰ ਦੇ ਦਰਸ਼ਨ ਕਰਦੀ ਹੈ ਸੰਗਤ। ਅਨਗਣ ਤਨ ਕੋ ਅਰਪਣ ਕਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਣਗਿਣਤੀ ਮਾਇਆ ਭੇਟਾ ਕਰਦੇ ਆ। ਖੁੱਲੇ ਕੱਫੇ ਸੰਗਤਾਂ ਲਿਆ ਕੇ ਆਪਣਾ ਦਸਵੰਧ, ਕੋਈ ਲੱਖਾਂ ਰੁਪਈਆ ਭੇਟਾ ਕਰਦਾ ਹੈ ਤੇ ਕੋਈ ਚੰਗੇ ਚੰਗੇ ਘੋੜੇ ਭੇਟਾ ਕਰਦਾ ਹੈ, ਕੋਈ ਸ਼ਸਤਰ ਭੇਟਾ ਕਰਦਾ ਹੈ, ਕੋਈ ਵਸਤਰ ਭੇਟਾ ਕਰਦਾ ਹੈ। ਹਲਤ ਬਲ ਸੁਖ ਇੱਛਾ ਧਰੈ। ਆਪਣੇ ਗੁਰੂ ਤੋਂ ਮੰਗਦੇ ਕੀ ਨੇ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਏ। ਲੋਕ ਪਰ ਲੋਕ ਦੇ ਸੁਖ ਸਤਿਗੁਰੂ ਦਿੰਦਾ ਹੈ। ਜੇਠ ਮਾਸ ਬੀਤ ਕਰ ਗਇਓ। ਕਹਿੰਦੇ ਜੇਠ ਦਾ ਮਹੀਨਾ ਬੀਤ ਗਿਆ, ਮੰਗਲ ਸਹਿਤ ਵਿਆਹ ਸਭ ਭਇਓ। ਮਹਾਰਾਜ ਦਾ ਵਿਆਹ ਦਾ ਕਾਰਜ ਸੰਪੂਰਨ ਹੋ ਗਿਆ। ਰੁੱਤ ਕਰੀ ਖਮਤੇ ਤਪਤ ਵਿਸਾਲਾ। ਗਰਮੀ ਦੀ ਰੁੱਤ ਸੀ, ਜੇਠ ਦਾ ਮਹੀਨਾ, ਜੂਨ ਦਾ ਮਹੀਨਾ ਸੀ, ਬੜੀ ਗਰਮੀ ਪੈਂਦੀ, ਧੁੱਪ ਪੈਂਦੀ ਸੀ। ਸਦਰ ਤੀਰ ਪਹੁੰਚ ਕਿਰਪਾਲਾ। ਆਖੋ ਸਤਿਨਾਮ ਸ੍ਰੀ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਬਾਜਾਂ ਵਾਲੇ ਸਤਿਗੁਰੂ ਜੀ ਨੇ ਅੱਜ ਸੋਚਿਆ ਵੀ ਚੱਲੀਏ, ਚੱਲ ਕੇ ਦਰਿਆ ਸਤਲੁਜ ਦੀ ਸੈਰ ਕਰੀਏ। ਦਰਿਆ ਸਤਲੁਜ ਦੇ ਵਿੱਚ
ਠੰਡੇ ਜਲ ਵਿੱਚ ਇਸ਼ਨਾਨ ਕਰੀਏ। ਗਰਮੀ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਇਹ ਫੁਰਨਾ ਕੀਤਾ ਹੈ। ਖਿਜਰ ਕੇ ਉਤਾਰੇ ਚੀਰ, ਔਰ ਮਹਾਰਾਜ ਸਤਲੁਜ ਦੇ ਕੰਢੇ ਤੇ ਜਾ ਕੇ ਨਹਾਉਣ ਵਾਸਤੇ ਆਪਣੇ ਬਸਤਰ ਕੱਪੜੇ ਉਤਾਰ ਦਿੱਤੇ ਹਨ। ਹੋਏ ਪ੍ਰਵੇਸ਼ਨ ਨੀਰ ਗਹੀਰ, ਤੇ ਫਿਰ ਸੱਚੇ ਪਾਤਸ਼ਾਹ ਗਹਿਰੇ ਜਲ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਸਰੈ ਅਨੇਕ ਪ੍ਰਕਾਰ ਕਲੋਲੇ, ਔਰ ਜਲ ਦੇ ਵਿੱਚ ਤਾਰੀਆਂ ਨਾਲ ਲੱਗੇ ਅਨੇਕਾਂ ਪ੍ਰਕਾਰ ਦੀ ਲੀਲਾ ਕਰਦੇ ਹਨ। ਇਧਰ ਤਾਏ ਤਾਏ ਕਰ ਡੋਲੇ, ਇਧਰ ਉਧਰ ਦੌੜ ਦੌੜ ਕੇ ਪਾਣੀ ਦੇ ਵਿੱਚ ਸਾਰੇ ਨੌਜਵਾਨ ਬੱਚੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਮਰ ਵੀ ਉਦੋਂ 12-13 ਸਾਲ ਦੀ ਸੀ। ਜਦੋਂ ਮਹਾਰਾਜ ਦਾ ਵਿਆਹ ਹੋਇਆ ਨਾ, ਉਦੋਂ ਮਹਾਰਾਜ ਅਜੇ ਦਾੜਾ ਨਹੀਂ ਸੀ ਉਤਰਿਆ, ਮਾੜੀ ਮਾੜੀ ਜਿਵੇਂ ਨੂੰਹ ਹੀ ਫੁੱਟਦੀ ਹੈ ਇੱਦਾਂ ਦੇ ਸਨ। ਤੇ ਮਹਾਰਾਜ ਦੇ ਭਾਈ ਜਿਹੜੇ ਸਨ, ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੱਗਾ ਰਾਮ, ਉਹ ਵੱਡੇ ਸਨ, ਉਹਨਾਂ ਦੇ ਭੂਆ ਦੇ ਪੁੱਤਰ ਸਨ ਮਹਾਰਾਜ ਜੀ ਦੇ। ਗੁਰੂ ਗੋਬਿੰਦ ਸਿੰਘ ਦੀ ਇੱਕੋ ਹੀ ਭੂਆ ਸੀ, ਬੀਬੀ ਬੀਰੋ। ਬੀਬੀ ਬੀਰੋ ਦੇ 5 ਪੁੱਤਰ ਬੜੇ ਸੂਰਬੀਰ ਯੋਧੇ, ਉਹ ਵੀ ਸਤਿਗੁਰਾਂ ਦੇ ਨਾਲ ਨਦੀ ਵਿੱਚ ਦਰਿਆ ਸਤਲੁਜ ਵਿੱਚ ਇਸ਼ਨਾਨ ਕਰਨ ਚਲੇ ਗਏ ਹਨ। ਪੰਜੋ ਵੀਰ ਸੰਗ ਹੀ ਖੇਲੇ, 5 ਭਾਈ ਗੁਰੂ ਸਾਹਿਬ ਦੇ ਨਾਲ ਹੀ ਖੇਡਦੇ ਜਲ ਦੇ ਵਿੱਚ। ਹੱਥਨ ਸਾਥ ਕੇ ਲਾਲ ਧਕੇਲੇ, ਕੀ ਕਰਦੇ ਆ, ਏਦਾਂ ਹੱਥਾਂ ਦੇ ਨਾਲ ਪਾਣੀ ਨੂੰ ਧੱਕਦੇ ਆ, ਜ਼ੋਰ ਜ਼ੋਰ ਨਾਲ ਪਾਣੀ ਦੇ ਛੱਡੇ ਇੱਕ ਦੂਜੀ ਦੇ ਮੂੰਹ ਤੇ ਮਾਰਦੇ ਹਨ। ਸੂਰਜ ਮਲ ਕੇ ਪੋਤਰੇ ਦੋਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਸੂਰਜਮਲ ਦੇ 2 ਪੋਤਰੇ, ਗੁਰੂ ਗੋਬਿੰਦ ਸਿੰਘ ਜੀ ਦੇ ਤਾਏ ਦੇ ਪੋਤਰੇ, ਉਹ ਮਹਾਰਾਜ ਦੇ ਭਤੀਜੇ ਲੱਗਦੇ ਸਨ। ਗੁਰੂ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਸਨ। ਤੇ ਗੁਲਾਬ ਰਾਏ ਤੇ ਸ਼ਾਮਦਾਸ ਭਤੀਜੇ ਲੱਗਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ। ਤਾਂ ਗੁਲਾਬ ਸਿੰਘ ਤੇ ਸ਼ਾਮ ਸਿੰਘ ਬਾਅਦ ਵਿੱਚ ਅੰਮ੍ਰਿਤ ਛਕ ਕੇ ਬਣ ਗਏ। ਗੁਲਾਬ ਸਿੰਘ ਤੇ ਸ਼ਾਮ ਸਿੰਘ ਭਾਵੇਂ ਗੁਰੂ ਜੀ ਦੇ ਭਤੀਜੇ ਸਨ, ਪਰ ਉਮਰ ਵਿੱਚ ਹਾਣੀ ਸੁਹਾਣੀ ਸਨ। ਕਈ ਵਾਰੀ ਹੋ ਜਾਂਦਾ ਘਰਾਂ ਵਿੱਚ ਵੀ ਚਾਚਾ ਦੇ ਭਤੀਜਾ ਇੱਕੋ ਜਿਹੀ ਉਮਰ ਦੇ ਹੁੰਦੇ ਹਨ, ਬਹੁਤੇ ਪਰਿਵਾਰਾਂ 'ਚ ਇੱਦਾਂ ਹੁੰਦਾ। ਨਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਉਦੋਂ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 45 ਸਾਲਾਂ ਦੀ ਹੋ ਗਈ ਸੀ। ਮਹਾਰਾਜ ਵਿਅੰਗਮ ਬਿਰਤੀ ਰੱਖਦੇ ਸਨ 9ਵੇਂ ਪਾਤਸ਼ਾਹ। ਤੇ ਬਾਬਾ ਸੂਰਜਮਲ ਜੀ ਦੇ ਪੋਤਰੇ, ਉਹ ਉਹਨਾਂ ਦੇ ਹਾਣੀ ਸੁਹਾਣੀ ਸਨ। ਉਹ ਦਰਿਆ ਦੇ ਵਿੱਚ ਜਾ ਕੇ ਜਲ ਕ੍ਰੀੜਾ ਕਰ ਰਹੇ ਹਨ। ਕ੍ਰੀੜਾ ਕਰੇ ਗੁਰੂ ਸੰਗ ਸੋਈ, ਗੁਰੂ ਮਹਾਰਾਜ ਦੇ ਨਾਲ ਜਲ ਕ੍ਰੀੜਾ ਕਰਦੇ ਹਨ। ਕੁਲ ਭਲਿਆਨ ਕੇ ਬਾਲਕ ਕੀ, ਕਹਿੰਦੇ ਭਲਿਆਂ ਦੀ ਕੁਲ ਦੇ ਬਹੁਤ ਸਾਰੇ ਬੱਚੇ ਆਏ ਹਨ। ਗੁਰ ਕੀ ਬਾਇ ਸਮਾਨ ਹੈ ਜੀ, ਜਿਹੜੇ ਗੁਰੂ ਜੀ ਦੀ ਉਮਰ ਦੇ ਹਨ। ਕੋਈ 12 ਸਾਲਾਂ ਦਾ ਹੈ, ਕੋਈ 15 ਦਾ ਹੈ, ਕੋਈ 16 ਦਾ ਹੈ, ਕੋਈ 18 ਦਾ ਹੈ। ਸਾਰੇ ਗੁਰੂ ਜੀ ਦੇ ਹਾਣੀ ਸੁਹਾਣੀ ਹਨ। ਤੇ ਸਾਰੇ ਹੀ ਦਰਿਆ ਦੇ ਵਿੱਚ ਇਦਾਂ ਇੱਕ ਦੂਜੀ ਦੇ ਮੂੰਹ ਤੇ ਜ਼ੋਰ ਜ਼ੋਰ ਨਾਲ ਪਾਣੀ ਦੇ ਛਿੱਟੇ ਮਾਰਦੇ ਹਨ। ਦਇਆ ਰਾਮ ਪ੍ਰੋਹਤ ਗੁਰ ਕੇ ਰਾ, ਤੇ ਸਭ ਤੋਂ ਸੂਰਬੀਰ ਯੋਧਾ ਗੁਰੂ ਮਹਾਰਾਜ ਦਾ ਪ੍ਰੋਹਤ ਪੰਡਿਤ ਦਇਆ ਰਾਮ ਹੈ, ਜਿਹੜਾ ਗੁਰੂ ਸਾਹਿਬ ਜੀ ਤੋਂ ਉਮਰ ਵਿੱਚ ਵੱਡਾ ਹੈ। ਆਰ ਬਲਾ ਮੈਂ ਅਹਿ ਵਡੇਰਾ, ਪੰਡਿਤ ਦਇਆ ਰਾਮ ਬੜਾ ਸੂਰਮਾ, ਬੜਾ ਯੋਧਾ ਸੀ। ਭੰਗਾਣੀ ਦੇ ਜੰਗ ਵਿੱਚ ਇਹਨੇ ਵੈਰੀਆਂ ਦੇ ਦੰਦ ਖੱਟੇ ਕਰ ਦਿੱਤੇ ਸਨ। ਪੰਡਿਤ ਦਇਆ ਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਉਮਰ ਵਿੱਚ ਵੱਡਾ ਹੈ। ਪੰਡਿਤ ਦਇਆ ਰਾਮ ਦੇ ਪਿਤਾ ਜਾਤੀ ਮਲਕ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਜਰਨੈਲ ਹੋਏ ਹਨ। ਤੋ ਉਹ ਸੂਰਬੀਰ ਬਹਾਦਰ ਯੋਧਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇੱਥੇ ਖੇਡ ਰਿਹਾ ਹੈ ਜਲ ਦੇ ਵਿੱਚ। ਕਿਤਕ ਮਸੰਦਨ ਕੇ ਸੁਤ ਅਹੈ, ਕਈ ਮਸੰਦਾਂ ਦੇ ਪੁੱਤਰ ਵੀ ਹਨ ਜਿਹੜੇ ਗੁਰੂ ਜੀ ਦੇ ਹਾਣੀ ਸੁਹਾਣੀ ਹਨ। ਕੱਲੇ ਥੋੜਾ ਗਏ 10ਵੇਂ ਪਾਤਸ਼ਾਹ, ਸੈਂਕੜੇ ਹੀ ਫੌਜ ਜਾਂਦੀ ਸੀ। ਜਦੋਂ ਜਾਂਦੇ ਸੀ ਦਰਿਆ ਵਿੱਚ ਗਏ ਨੇ ਸੈਂਕੜੇ ਹੀ ਨੌਜਵਾਨ। ਕੋਈ ਮਹਾਰਾਜ ਦੇ ਭਰਾ ਲੱਗਦੇ ਹੈ, ਕੋਈ ਮਹਾਰਾਜ ਦੇ ਭਤੀਜੇ ਲੱਗਦੇ ਹੈ, ਕੋਈ ਮਹਾਰਾਜ ਦੇ ਰਿਸ਼ਤੇਦਾਰੀ ਚੋਂ, ਤੇ ਕੁਝ ਮਹਾਰਾਜ ਦੇ ਪ੍ਰੇਮੀ ਸਿੱਖ ਹਨ। ਸਾਰੇ ਗੁਰੂ ਦੇ ਹੀ ਆ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਜ਼ੋਰ ਜ਼ੋਰ ਨਾਲ ਜਲ ਦੀ ਕ੍ਰੀੜਾ ਕਰਦੇ, ਇਸ਼ਨਾਨ ਕਰਦੇ ਆ। ਤੇ ਇੱਕ ਦੂਜੀ 2 ਫੌਜਾਂ ਬਣਾ ਲੈਂਦੇ ਆ। ਇੱਕ ਦੇ ਜਥੇਦਾਰ ਆਪ ਬਣ ਜਾਂਦੇ ਆ, ਇੱਕ ਦੇ ਗੁਲਾਬ ਸਿੰਘ ਨੂੰ ਬਣਾ ਲੈਂਦੇ ਆ। ਤੇ ਜ਼ੋਰ ਜ਼ੋਰ ਨਾਲ ਮੂੰਹ ਦੇ ਉੱਤੇ ਛੱਟੇ ਜਲ ਦੇ ਮਾਰਦੇ ਹਨ। ਨੰਦ ਚੰਦ ਆਦਿਕ ਸੰਗ ਰਹੇ, ਤੇ ਮਹਾਰਾਜ ਦਾ ਦੀਵਾਨ ਨੰਦ ਚੰਦ ਬੜਾ ਸੂਰਮਾ, ਉਹ ਵੀ ਨਾਲ ਹੈ। ਜਲ ਮੈਂ ਸਭ ਪ੍ਰਵੇਸ਼ ਜਬ ਹੋਏ, ਜਦੋਂ ਇਹ ਸਾਰੇ ਜਲ ਦੇ ਵਿੱਚ ਪ੍ਰਵੇਸ਼ ਹੋ ਗਏ, ਕੱਪੜੇ ਉਤਾਰੇ,
ਤੇ ਨਦੀ ਦੇ ਵਿੱਚ ਸਤਲੁਜ ਵਿੱਚ ਵੜ ਗਏ ਹਨ। ਗਿਨ ਗਿਨ ਕਹਿ ਕੀਨਸ ਦਿਸ ਦੋਏ। ਤੇ ਦੋ ਜਥੇ ਬਣਾ ਲਏ। ਇੱਕ ਜਥੇ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਮਾਂਡਰ ਬਣ ਗਏ ਹਨ ਤੇ ਦੂਸਰੇ ਜਥੇ ਦਾ ਕਮਾਂਡਰ ਗੁਲਾਬ ਰਾਏ ਜਿਹੜਾ ਮਹਾਰਾਜ ਦੀ ਤਾਏ ਦਾ ਪੋਤਾ ਹੈ, ਭਤੀਜਾ ਲੱਗਦਾ ਕਲਗੀਧਰ ਜੀ ਦਾ, ਗੁਲਾਬ ਰਾਏ ਨੂੰ ਬਣਾ ਦਿੱਤਾ ਹੈ। ਕੀਰਤਨ ਸੰਗ ਜੰਗ ਕੋ ਕਰੇ। ਤੇ ਪਾਣੀ ਨਾਲ ਜੰਗ ਕਰਨ ਲੱਗੇ, ਛੱਡੇ ਮਾਰ ਮਾਰ ਕੇ। ਇਹ ਵੀ ਇੱਕ ਹਥਿਆਰ ਹੁੰਦਾ। ਕਹਿੰਦੇ ਸ਼ਸਤਰ ਤੇ ਉਹ ਹੈ ਜਿਹੜਾ ਮੌਕੇ ਤੇ ਕੰਮ ਆ ਜਾਏ, ਕੀ ਪਤਾ ਕਿਹੜਾ ਆ ਜਾਣਾ। ਤੇ ਜਲ ਵੀ ਹੈ, ਹੋਰ ਕੁਛ ਨਾ ਹੋਵੇ ਤਾਂ ਜਲ ਦਾ ਛੱਟਾ ਮਾਰ ਦਿਓ, ਅਗਲਾ ਦੌਰ ਬੋਰ ਹੋ ਜਾਂਦਾ। ਇਹਨੇ ਨੂੰ ਜੋ ਮਰਜ਼ੀ ਕਰ ਦਿਓ। ਸ਼ਸਤਰ ਵਿੱਦਿਆ ਸਤਿਗੁਰੂ ਜੋ ਵੀ ਸਿਖਾਉਣਾ ਚਾਹੁੰਦੇ ਸੀ ਵੀ ਕੋਈ ਵੀ ਸ਼ਸਤਰ ਨਾ ਹੋਵੇ, ਪਾਣੀ ਨਾਲ ਵੀ ਲੜਨਾ ਸਿਖਾ ਦਿਓ। ਜਲ ਦੇ ਵਿੱਚ ਹੁਣ ਸਤਿਗੁਰੂ ਜਲ ਦੇ ਨਾਲ ਜ਼ੋਰ ਜ਼ੋਰ ਨਾਲ ਛੱਟੇ ਮਾਰਦੇ ਹਨ। ਕੋ ਭਾਜੈ ਕੋ ਮਨ ਕਰ ਤੇਰੇ। ਕਹਿੰਦੇ ਕੋਈ ਤੇ ਅੱਗੋਂ ਮੁਕਾਬਲਾ ਕਰਦੇ ਨੇ ਤੇ ਕਈ ਮੇਰੇ ਵਰਗੇ ਕਮਜ਼ੋਰ ਭੱਜ ਜਾਂਦੇ ਪਿੱਛੇ ਡਰ ਕੇ। ਕਰਿਓ ਗੁਲਾਬ ਰਾਏ ਤਿਸ ਇੱਕ ਕਮਾਂਡਰ ਗੁਰੂ ਆਪ ਬਣ ਗਏ ਤੇ ਦੂਜੀ ਫੌਜ ਦੇ ਕਮਾਂਡਰ ਬਾਬਾ ਗੁਲਾਬ ਰਾਏ ਨੂੰ ਬਣਾ ਦਿੱਤਾ। ਤੇ ਦੂਜੀ ਹੋਏ ਜਰਦ ਵਿਵੇਕ। ਦੂਜੇ ਪਾਸੇ ਆਪ 10ਵੇਂ ਪਾਤਸ਼ਾਹ ਜੀ ਫੌਜ ਦੇ ਕਮਾਂਡਰ ਬਣੇ। ਦੋ ਜਥੇ ਬਣਾ ਕੇ ਲੜਾਈ ਪਾਣੀ ਨਾਲ ਕਰਨੀ ਸਿਖਾ ਰਹੇ ਆ ਵੀ ਜਲ ਦੇ ਨਾਲ ਕੋਈ ਵੀ ਸ਼ਸਤਰ ਨਾ ਹੋਵੇ, ਪਾਣੀ ਹੋਵੇ, ਪਾਣੀ ਨਾਲ ਵੀ ਲੜ ਸਕਦੇ ਹੈਗੇ। ਇਹ ਸਿਖਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ। ਹਿੰਮਤ ਕਰ ਇੱਕ ਕੇ ਇੱਕ ਸਾਥ। ਕਹਿੰਦੇ ਜ਼ੋਰ ਦੇ ਨਾਲ ਭਿੜਦੇ ਹਨ। ਇੱਕ ਪਾਸੇ ਗੁਲਾਬ ਰਾਏ ਗੁਰੂ ਜੀ ਦੇ ਮੁਕਾਬਲੇ ਤੇ ਆ ਗਿਆ ਹੈ। ਤੇਰਾ ਬਰਾਈ ਦੁਐ ਗੁਰਨਾਥ। ਸਤਿਗੁਰੂ ਪਾਤਸ਼ਾਹ ਦੋ ਧਿਰਾਂ ਬਣਾ ਕੇ ਪਾਣੀ ਦੀ ਜਲ ਦੀ ਲੜਾਈ ਕਰ ਰਹੇ ਨੇ। ਪ੍ਰਿਤਕ ਪ੍ਰਿਤਕ ਹੋਇਆ ਸਰ ਮੁਗਲ ਖਰੇ। ਕਹਿੰਦੇ ਪਹਿਲਾਂ ਤਾਂ ਪੜਾ ਬੰਨ ਕੇ ਖਲੋ ਗਏ ਸਾਹਮਣੇ ਵੀ ਤੇਰੇ ਨਾਲ ਮੇਰਾ ਤੇਰੇ ਨਾਲ ਫਲਾਣੇ ਦਾ। ਏਦਾਂ ਇੱਕ ਦੂਜੀ ਨੂੰ ਉਹਨਾਂ ਨੇ ਇਸ਼ਾਰਾ ਕਰ ਲਿਆ ਵੀ ਆਪਾਂ ਜੰਗ ਲੜਾਂਗੇ। ਪਰਾ ਬੰਨ ਲਿਆ, ਦੋ ਫੌਜਾਂ ਬਣਾ ਲਈਆਂ ਹਨ। ਬਲ ਕਰ ਸਭ ਛੀਟਣ ਤੇ ਫਿਰੇ। ਔਰ ਦੋਵੇਂ ਫੌਜਾਂ ਬਣਾ ਕੇ ਬਲ ਕਰਕੇ ਛੀਟਣ ਤੇ ਫਿਰੇ। ਛਿੱਟਿਆ ਤੇ ਇੱਕ ਦੂਜੀ ਨੂੰ ਜਲ ਦੇ ਛੱਟੇ ਮਾਰ ਕੇ ਲੜਾਈ ਸ਼ੁਰੂ ਕਰ ਦਿੱਤੀ ਹੈ। ਸਮੁਖ ਛੀਟ ਹਾਥਨ ਤੇ ਮਾਰੇ। ਜ਼ੋਰ ਨਾਲ ਮੂੰਹ ਤੇ ਪਾਣੀ ਦੇ ਛੱਟੇ ਮਾਰਦੇ ਹਨ, ਜਲ ਯੁੱਧ ਕਰਦੇ ਹਨ। ਉਹਨੇ ਤਕੇਲੇ ਹੱਥ ਉਭਾਰੇ। ਧੱਕਾ ਮਾਰਦੇ ਪਾਣੀ ਦੇ ਨਾਲ। ਉਹਨੂੰ ਹੱਟ ਮਿਲ ਮਿਲ ਵਿਆਕੁਲ ਕਰੇ। ਇੱਕ ਦੂਜੀ ਨੂੰ ਵਿਆਕੁਲ ਕਰ ਦਿੰਦੇ ਆ। ਇੰਨਾ ਜ਼ੋਰ ਨਾਲ ਮੂੰਹ ਤੇ ਪਾਣੀ ਪੈਂਦਾ, ਸਾਹ ਨਹੀਂ ਆਉਂਦਾ, ਕੰਨਾਂ 'ਚ ਵੀ ਪਾਣੀ, ਮੂੰਹ ਤੇ ਵੀ ਪਾਣੀ। ਉਹ ਫਿਰ ਬੰਦਾ ਘਬਰਾ ਕੇ ਪਿੱਛੇ ਨੂੰ ਦੌੜਦਾ ਹੈ। ਨਹੀਂ ਬਿਲੋਚਨ ਉਗਰਨ ਪਰੈ। ਐਨੇ ਜ਼ੋਰ ਨਾਲ ਪਾਣੀ ਮਾਰਦੇ ਆ, ਅੱਖਾਂ ਖੁੱਲੀਆਂ ਖੁੱਲੀਆਂ ਹੀ ਰਹਿ ਜਾਂਦੀਆਂ, ਜੇ ਬੰਦ ਤਾਂ ਖੋਲਣ ਦਾ ਮੌਕਾ ਹੀ ਨਹੀਂ ਮਿਲਦਾ। ਹਾਂਜੀ, ਮੁਦਰਤ ਹੀ ਜਾਂਦਾ ਤੇਰੇ ਲੈ। ਕਹਿੰਦੇ ਅੱਖਾਂ ਬੰਦ ਨੇ ਉਹ ਕਰਕੇ ਨੇ ਏਦਾਂ ਪਾਣੀ ਨੂੰ ਧੱਕੇ ਮਾਰਦੇ ਹਨ। ਅੱਖਾਂ ਖੋਲਣ ਦਾ ਕਿਸੇ ਕੋਲ ਫੁਰਸਤ ਮੌਕਾ ਨਹੀਂ ਹੈ। ਸਮੁਖ ਕਰੇ ਤੇ ਛੀਟ ਧਕੇਲੇ। ਛੱਟੇ ਮਾਰ ਮਾਰ ਕੇ ਧੱਕਦੇ ਹਨ। ਉਹ ਵਿਆਕੁਲ ਹੋਇਆ ਭਾਜ ਸਿਧਾਵੇ। ਤੇ ਕਈ ਵਿਆਕੁਲ ਹੋ ਕੇ ਦੌੜ ਜਾਂਦੇ ਹਨ। ਪਾਣੀ ਨਹੀਂ ਨਸਿਆ ਜਾਂਦਾ, ਉਹ ਪਿਛਾਂ ਨੂੰ ਭੱਜ ਜਾਂਦੇ ਨੇ। ਆਪਾਂ ਵੀ ਕਈ ਵਾਰੀ ਵੇਖਿਆ ਹੋਇਆ ਹੋਣਾ, ਪਾਣੀ 'ਚ ਬੱਚੇ ਆਪਸ ਜਦੋਂ ਇੱਦਾਂ ਕਰਦੇ ਆ ਨਾ, ਜਿਹੜੇ ਜ਼ੋਰ ਪਾ ਲੈਂਦੇ ਆ ਉਹ ਖੜ ਜਾਂਦੇ ਆ, ਜਿਹੜੇ ਕਮਜ਼ੋਰ ਹੁੰਦੇ ਆ ਵਿਚਾਰੇ ਉਹ ਪਿਛਾਂ ਨੂੰ ਦੌੜ ਜਾਂਦੇ ਆ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਿਆ ਸਤਲੁਜ ਦੇ ਵਿੱਚ ਜਲ ਯੁੱਧ ਕਰ ਰਹੇ ਹਨ। ਕਹਿ ਰੋਕੈ ਸੋ ਜਾਨ ਨ ਪਾਵੇ। ਕਹਿ ਰੋਕੈ ਸੋ ਜਾਨ ਨ ਪਾਵੇ। ਕਿਸੇ ਰੋਕਾ, ਕਿਸੇ ਨੂੰ ਰੋਕਦੇ ਨੇ ਉਹ ਜਾਣ ਨਹੀਂ ਦਿੰਦੇ। ਦੁਆ ਘਟਕਾ ਲੱਕਾ ਕਰ ਜੋਰ। ਦੋ ਘੜੀਆਂ ਕਹਿੰਦੇ ਜ਼ੋਰ ਨਾਲ ਲੜੇ ਹਨ। ਦੋ ਘੜੀਆਂ ਪੌਣਾ ਘੰਟਾ ਲਗਭਗ ਪਾਣੀ ਦੇ ਨਾਲ ਇਹ ਜ਼ੋਰ ਕੀਤਾ ਹੈ। ਛੀਟਣ ਸੰਗ ਫਿਰੇ ਜੁਗਿਓਰ। ਦੋ ਜਥੇ ਬਣਾਏ ਹਨ। ਇੱਕ ਦੇ ਮੁਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਬਣੇ ਹਨ ਤੇ ਦੂਸਰੀ ਟੋਲੀ ਦੇ ਜਥੇਦਾਰ ਗੁਲਾਬ ਰਾਏ ਨੂੰ ਬਣਾਇਆ ਹੈ। ਸ੍ਰੀ ਗੋਬਿੰਦ ਸਿੰਘ ਬਲ ਕਰ ਫੇਰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਲ ਦੇ ਨਾਲ ਜ਼ੋਰ ਦੇ ਨਾਲ ਗੁਲਾਬ ਰਾਏ ਤੇ ਇੰਨਾ ਪਾਣੀ ਸੁੱਟਿਆ। ਲਿਓ ਗੁਲਾਬ ਰਾਏ ਕੋ ਘੇਰ। ਮਹਾਰਾਜ ਨੇ ਗੁਲਾਬ ਰਾਏ ਨੂੰ ਕੱਲਾ ਘੇਰ ਲਿਆ ਪਾਣੀ ਦੇ ਵਿੱਚ। ਗੁਲਾਬ ਰਾਏ ਗੁਰੂ ਸਾਹਿਬ ਦੇ ਕਾਬੂ ਆ ਗਿਆ। ਮਹਾਰਾਜ ਕਹਿੰਦੇ ਠਹਿਰ, ਹੁਣ ਤੈਨੂੰ ਜਥੇਦਾਰੀ ਸਿਖਾਉਂਦੇ ਆ ਕਿਵੇਂ ਕਰੀਦੀ ਹੈ। ਜਲ ਦੇ ਵਿੱਚ ਜਲ ਨਾਲ ਹੀ ਭਤੀਜਾ ਚਾਚਾ ਦੋਵੇਂ ਹੀ ਲੜਨ ਲੱਗੇ ਹਨ। ਨੇਤਰ ਨਹੀਂ ਉਗਰਨ ਕੋ ਪਾਵੇ। ਇੰਨਾ ਜ਼ੋਰ ਦਾ ਪਾਣੀ ਕਲਗੀਧਰ ਜੀ ਨੇ ਮੂੰਹ ਦੇ ਮਾਰਿਆ ਆਪਣੇ ਭਤੀਜੇ ਦੇ ਗੁਲਾਬ ਰਾਏ ਦੇ। ਉਹਦੀਆਂ ਅੱਖਾਂ ਖੋਲਣ ਦੀ ਉਹਦੀ ਫੁਰਸਤ ਹੀ ਨਹੀਂ ਮਿਲੀ।
ਅੱਖ ਖੁੱਲੀ ਨਹੀਂ, ਉਹਦੇ ਕੋਲ ਜ਼ੋਰ ਲਾ ਲਿਆ, ਉਹਦੇ ਕੋਲ ਅੱਖ ਖੋਲਣ ਦਾ ਟਾਈਮ ਨਹੀਂ ਦਿੱਤਾ ਉਸ ਨੂੰ। ਸਵਾਸ ਨਾਸਕਾ ਆਏ ਨ ਜਾਵੇ, ਇੰਨਾ ਪਾਣੀ ਮਾਰਿਆ, ਇੰਨਾ ਪਾਣੀ ਮਾਰਿਆ, ਉਹਦੇ ਮੂੰਹ ਤੋਂ ਸਾਹ ਆਉਣਾ ਵੀ ਬੰਦ ਹੋ ਗਿਆ। ਸਾਹ ਇੰਨਾ ਔਖਾ ਹੋ ਗਿਆ ਵੀ ਉਹਨੂੰ ਲੱਗਾ ਵੀ ਮੈਂ ਹੁਣ ਖੜ ਨਹੀਂ ਸਕਾਂਗਾ। ਨੀਠ ਨੀਠ ਲੈ ਬੇਬਲ ਹੋਵਾ, ਕਹਿੰਦੇ ਹੌਲੇ ਹੌਲੇ ਬੇਬਲ ਹੋ ਗਿਆ, ਪੂਰੀ ਤਰ੍ਹਾਂ ਘਬਰਾ ਗਿਆ। ਗੁਰ ਕੇ ਸਮੁਖ ਨਾ ਜਾਏ ਖਰੋਵਾ, ਮਹਾਰਾਜ 10ਵੇਂ ਪਾਤਸ਼ਾਹ ਦੇ ਸਾਹਮਣੇ ਖਲੋ ਨਹੀਂ ਸਕਿਆ ਫਿਰ ਗੁਲਾਮ ਰਾਏ। ਭਾਜ ਚਲਿਓ ਜਲ ਤਜ ਕੈ ਫੇਰ, ਤੇ ਫਿਰ ਉਹਨੇ ਭਜਣਾ ਹੀ ਠੀਕ ਸਮਝਿਆ। 10ਵੇਂ ਪਾਤਸ਼ਾਹ ਮਹਾਰਾਜ ਦੇ ਅੱਗੇ ਕੋਈ ਵੀ ਠਹਿਰ ਨਹੀਂ ਸਕਦਾ, ਭਾਵੇਂ ਉਹ ਖੇਡ ਵਿੱਚ ਤੇ ਭਾਵੇਂ ਉਹ ਜੰਗ ਦੇ ਵਿੱਚ। ਆਖੋ ਸਤਿਨਾਮ ਸ੍ਰੀ ਸਤਿਗੁਰੂ ਮਹਾਰਾਜ ਨੇ ਆਪਣੇ ਭਤੀਜੇ ਨੂੰ ਗੁਲਾਬ ਰਾਏ ਨੂੰ ਹਰਾ ਦਿੱਤਾ ਤੇ ਉਹ ਸਤਿਗੁਰਾਂ ਦੇ ਅੱਗੇ ਲੱਗ ਕੇ ਭੱਜ ਪਿਆ। ਵੇ ਉਹਨੇ ਕਿਸ ਘੇਰਿਓ ਬੋ ਵੀਰ, ਮਹਾਰਾਜ ਘੇਰਦੇ ਸੀ ਇੱਧਰੋਂ ਉੱਧਰੋਂ, ਭੱਜਣ ਨਹੀਂ ਸੀ ਦਿੰਦੇ, ਪਰ ਬੜਾ ਔਖਾ ਹੋ ਕੇ ਭੱਜ ਕੇ ਬਾਹਰ ਨਿਕਲ ਗਿਆ ਪਾਣੀ ਤੋਂ। ਜਾ ਜਮ ਪਰ ਪਟ ਸਭ ਕੇ ਪਰੇ, ਕਿੱਥੇ ਨਦੀ ਦੇ ਕਿਨਾਰੇ ਤੇ ਸਾਰੇ ਨੌਜਵਾਨਾਂ ਦੇ ਕੱਪੜੇ ਪਏ ਸਨ। ਬਾਗ ਬੰਦੀ ਜਿਉ ਕੀ ਤਿਉ ਕਰੇ, ਉੱਥੇ ਕੱਪੜੇ ਪਏ ਸਨ, ਪੱਗਾਂ ਪਈਆਂ ਸਨ ਬੰਨੀਆਂ ਹੋਈਆਂ। ਨਿਕਸ ਗੁਲਾਬ ਰਾਏ ਤਤ ਕਾਲਾ, ਕਹਿੰਦੇ ਗੁਲਾਬ ਰਾਏ ਛੇਤੀ ਨਾਲ ਬਾਹਰ ਨਿਕਲਿਆ। ਜਲ ਆਂਕਨ ਮੈਂ ਪਇਓ ਬਿਹਾਲਾ, ਐਨਾ ਪਾਣੀ ਉਹਦੀਆਂ ਅੱਖਾਂ 'ਚ ਪਿਆ ਵੀ ਉਹ ਬਿਹਾਲ ਹੋ ਗਿਆ, ਉਹਨੂੰ ਸੁੱਧ ਬੁੱਧ ਭੁੱਲ ਗਈ। ਜਲ ਤੇ ਨਿਕਸ ਤਾਏ ਕਰ ਆਏ, ਪਾਣੀ ਤੋਂ ਦੌੜ ਕੇ ਬਾਹਰ ਨਿਕਲਿਆ। ਸ੍ਰੀ ਗੁਰੂ ਕੀ ਲਈ ਪਾਗ ਉਠਾਏ। ਆਖੋ ਸਤਿਨਾਮ ਸ੍ਰੀ ਵਾਹ, ਕਾਲੀ ਦੇ ਨਾਲ ਆਪਣੀ ਪੱਗ ਤੇ ਪਛਾਣੀ ਨਹੀਂ। ਕਲਗੀਧਰ ਪਾਤਸ਼ਾਹ ਦੀ ਦਸਤਾਰ ਪਈ ਸੀ, ਦਮਾਲਾ ਪਿਆ ਸੀ ਮਹਾਰਾਜ ਦਾ, ਉਹ ਚੁੱਕ ਕੇ ਆਪਣੇ ਸਿਰ ਤੇ ਬੰਨ ਲਿਆ। ਨਿਜ ਧਰ ਕਰ ਦੌਰਨ ਕਰਿਓ, ਗੁਲਾਬ ਰਾਏ ਨੂੰ ਇਹਨਾਂ ਦੀ ਪਛਾਣ ਆਈ ਵੀ ਮੈਂ ਆਪਣੀ ਪੱਗ ਚੁੱਕਦਾ ਪਿਆ ਕਿ ਗੁਰੂ ਸਾਹਿਬ ਦੀ ਹੈ। ਇੰਨਾ ਘਬਰਾ ਗਿਆ ਪਾਣੀ ਦੇ ਛੱਟੇ ਪੈਣ ਨਾਲ, ਆ ਕੇ ਮਹਾਰਾਜ ਦੀ ਦਸਤਾਰ ਚੁੱਕ ਕੇ ਦੌੜ ਗਿਆ। ਜੇ ਸਿਰ ਧਰ ਕਰ ਦੌਰਨ ਕਰਿਓ, ਤਬ ਸੰਗੋ ਤੇ ਜਾਤ ਨੇ ਹਰਿਓ। ਕਹਿੰਦੇ ਆਪਣੇ ਸਿਰ ਤੇ ਪੱਗ ਬੰਨੀ ਉਹਨੇ ਗੁਰੂ ਸਾਹਿਬ ਦੀ, 10ਵੇਂ ਪਾਤਸ਼ਾਹ ਦੀ। ਮਹਾਰਾਜ ਦਾ ਭਤੀਜਾ ਹੀ ਲੱਗਦਾ ਸੀ, ਚਾਚੇ ਦੀ ਪੱਗ ਚੁੱਕ ਕੇ ਬੰਨ ਗਿਆ। ਜਦੋਂ ਪੱਗ ਸਿਰ ਤੇ ਬੰਨ ਲਈ ਗੁਲਾਬ ਰਾਏ ਨੇ, ਤੇ ਭਾਈ ਸੰਗੋ ਸ਼ਾਹ ਵੇਖ ਰਹੇ ਸਨ। ਗਹਿ ਧਾਇਓ ਉੱਚ ਉਚਾਰਾ, ਤੇ ਸੰਗੋ ਸਾਹਿਬ ਪਿੱਛੇ ਦੌੜਿਆ ਉਹਨੂੰ ਫੜਨ ਵਾਸਤੇ, ਉੱਚੀ ਆਵਾਜ਼ ਦਿੱਤੀ, ਸਿਰ ਪਰ ਤੁਮ ਗੁਰ ਕੀ ਦਸਤਾਰਾ। ਕਿਉਂਕਿ ਗੁਲਾਬ ਰਾਏ ਸੰਗੋ ਦਾ ਵੀ ਭਤੀਜਾ ਲੱਗਦਾ ਸੀ। ਆਖੋ ਸਤਿਨਾਮ ਸ੍ਰੀ। ਸੰਗੋ ਸ਼ਾਹ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਹੈ ਤੇ ਗੁਲਾਬ ਰਾਏ ਤਾਏ ਦਾ ਪੋਤਾ ਹੈ, ਇੱਕੋ ਹੀ ਪਰਿਵਾਰ ਹੈ ਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੱਡਾ ਭਾਈ ਸੰਗੋ ਸ਼ਾਹ ਗੁਲਾਬ ਰਾਏ ਨੂੰ ਆਪਣੇ ਭਤੀਜੇ ਨੂੰ ਫੜਨ ਵਾਸਤੇ ਆਵਾਜ਼ ਦਿੰਦਾ ਹੈ, ਰੁਕ ਜਾ ਗੁਲਾਬ ਰਾਏ, ਰੁਕ ਜਾ। ਹਾਂਜੀ, ਆਪਣੀ ਲਿਓ ਪਛਾਣ ਕੇ ਆਏ, ਆਹ ਕੱਪੜੇ ਆਪਣੇ ਪਛਾਣ ਕੇ ਪਾ, ਇਹ ਦਸਤਾਰ ਤੇਰੀ ਨਹੀਂ ਹੈ, ਇਹ ਦਸਤਾਰ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ, ਜਿਹੜੀ ਤੂੰ ਆਪਣੇ ਸਿਰ ਤੇ ਬੰਨ੍ਹ ਕੇ ਚੱਲਿਆ ਹੈ। ਮੱਥਿਰ ਰਹੀ ਨ ਜਲ ਵਿੱਚ ਲਾਏ, ਤੈਨੂੰ ਇੰਨੀ ਘਬਰਾਹਟ, ਮੱਤ ਨਹੀਂ ਤੇਰੀ ਟਿਕਾਣੇ ਨਹੀਂ। ਗੁਰੂ ਸਾਹਿਬ ਨੇ ਇੰਨਾ ਪਾਣੀ ਮੂੰਹ ਤੇ ਮਾਰਿਆ, ਜਲ ਦੇ ਛੱਟੇ ਇੰਨੇ ਜ਼ੋਰ ਨਾਲ ਮਾਰੇ, ਗੁਲਾਬ ਰਾਏ ਨੂੰ ਪਛਾਣ ਨਹੀਂ ਰਹੀ, ਆਪਣੇ ਕੱਪੜੇ ਵੀ ਭੁੱਲ ਗਿਆ। ਸੁਰਤ ਡਰਿਓ ਪੁਨ ਹਟ ਕਰ ਆਵਾ, ਜਦੋਂ ਸੰਗੋ ਸ਼ਾਹ ਨੇ ਆਵਾਜ਼ ਮਾਰ ਕੇ ਆਖਿਆ ਨਾ ਗੁਲਾਬ ਰਾਏ ਆਪਣੀ ਪੱਗ ਬੰਨ੍ਹ ਪਛਾਣ ਕੇ, ਜਦੋਂ ਉਹਨੇ ਵੇਖਿਆ ਵੀ ਦਸਤਾਰ ਤਾਂ ਇਹ ਮੇਰੀ ਨਹੀਂ, ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਹੈ, ਡਰ ਗਿਆ ਤੇ ਵਾਪਸ ਆ ਗਿਆ। ਜੈ ਸਭ ਹਿਨ ਪਟ ਬ੍ਰਿੰਦ ਧਰਾਵਾ, ਜਿੱਥੇ ਸਾਰੇ ਹੀ ਨੌਜਵਾਨਾਂ ਦੇ ਬੱਚਿਆਂ ਦੇ ਕੱਪੜੇ ਪਏ ਸਨ ਦਰਿਆ ਦੇ ਕੰਢੇ, ਉੱਥੇ ਆ ਗਿਆ। ਆਪਣੀ ਪਗਿਆ ਕੀ ਚਨਾਰੀ, ਆਪਣੀ ਪੱਗ ਪਛਾਣਨ ਲੱਗਾ ਵੀ ਮੇਰੀ ਪੱਗ ਕਿਹੜੀ ਹੈ। ਚਾਹਤ ਸਿਰ ਕੀ ਤਰੋਂ ਉਤਾਰੀ, ਗੁਰੂ ਮਹਾਰਾਜ ਦੀ ਪੱਗ ਜਿਹੜੀ ਬੰਨੀ ਸੀ ਉਹ ਲਾਣੇ ਚਾਹੁੰਦਾ ਹੈ ਤੇ ਆਪਣੀ ਪੱਗ ਚੁੱਕ ਕੇ ਬੰਨਣੀ ਚਾਹੁੰਦਾ ਗੁਲਾਬ ਰਾਏ। ਜਬ ਸੀਸ ਕੋ ਹੱਥ ਚਲਾਇਓ, ਪਰ ਜਦੋਂ ਉਹਨੇ ਮਹਾਰਾਜ 10ਵੇਂ ਪਾਤਸ਼ਾਹ ਦੀ ਪੱਗ ਆਪਣੇ ਸਿਰ ਤੋਂ ਲਾਹ ਕੇ ਵਾਪਸ ਦੇਣੀ ਚਾਹੀ, ਸ੍ਰੀ ਕਲਗੀਧਰ ਨੇ ਦਰਸਾਇਓ। ਗੁਰੂ ਸਾਹਿਬ ਨੇ ਵੇਖ ਲਿਆ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਹੈ ਸਾਡਾ ਭਤੀਜਾ ਹੀ ਹੈ,
ਪੱਗ ਉਹਨੇ ਬੰਨ ਬੈਠਾ, ਇਹਦੇ ਸਿਰ ਤੋਂ ਕਾਹਨੂੰ ਲਵਾਉਣੀ ਹੈ? ਕੋਈ ਦਸਤਾਰ ਸਜਾ ਲਵੇ ਤੇ ਸਿਆਣੇ ਬੰਦੇ ਕਹਿੰਦੇ ਨਾ ਹੁਣ ਤੂੰ ਸਜਾਈ ਰੱਖ, ਕੋਈ ਗੱਲ ਨਹੀਂ, ਆਪਣਾ ਹੀ ਬੱਚਾ ਸਾਡਾ। ਸਤਿਗੁਰਾਂ ਦਾ ਹਾਣੀ ਸਵਾਣੀ ਵੀ ਸੀ, ਭਤੀਜਾ ਵੀ ਲੱਗਦਾ ਸੀ, ਸਕੇ ਚਾਚੇ ਤਾਏ ਸਨ, ਇੱਕੋ ਹੀ ਪਰਿਵਾਰ ਸੀ। ਗੁਰੂ ਹਰਗੋਬਿੰਦ ਸਾਹਿਬ ਗੁਲਾਬ ਰਾਏ ਗੁਰੂ ਹਰਗੋਬਿੰਦ ਸਾਹਿਬ ਦਾ ਪੜ ਪੋਤਰਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ। ਸੋ ਇੱਕੋ ਪਰਿਵਾਰ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਗੁਲਾਬ ਰਾਏ ਕੋਈ ਗੱਲ ਨਹੀਂ, ਜੇ ਤੂੰ ਸਿਰ ਤੇ ਦਸਤਾਰ ਸਜਾਈ ਹੈ ਤਾਂ ਸਜਾਈ ਰੱਖ। ਕਰਿਓ ਬਾਤ ਅਬ ਨਹੀਂ ਉਤਾਰੋ। ਮਹਾਰਾਜ ਕਹਿੰਦੇ ਹੁਣ ਨਾ ਲਾ, ਕੋਈ ਗੱਲ ਨਹੀਂ, ਬੰਨ ਲਈ ਸਿਰ ਤੇ, ਕੋਈ ਗੱਲ ਨਹੀਂ। ਇਹੀ ਬਾਗ ਨੇ ਸਿਰ ਪਰ ਧਾਰੋ। ਇਹੀ ਬੰਨੀ ਰੱਖ ਜਿਹੜੀ ਬੰਨ ਲਈ ਹੈ ਸਿਰ ਤੇ, ਲਾਈ ਦੀ ਨਹੀਂ ਹੁੰਦੀ, ਬੰਨ ਲਈ। ਹਾਂਜੀ। ਇੱਕ ਸਮੇਂ ਐਸੋ ਹੋਏ ਜਾਈ। ਆਖੋ ਸਤਿਨਾਮ। ਨਾਲ ਹੀ ਬਚਨ ਕਰਤਾ, ਕਹਿੰਦੇ ਇੱਕ ਸਮਾਂ ਐਸਾ ਆਵੇਗਾ ਤੁਮ ਪੈ ਹੈ ਪਗਿਆ ਗੁਰਿਆਈ। ਤੂੰ ਸਾਡੀ ਪੱਗ ਬੰਨੇਗਾ, ਤੂੰ ਸਾਡੀ ਪੱਗ ਬੰਨ ਕੇ ਸਾਡੀ ਗੱਦੀ ਤੇ ਬੈਠਣ ਦੀ ਕੋਸ਼ਿਸ਼ ਕਰੇਗਾ। ਅਬ ਲਾਇਕ ਪਗਿਆ ਇਹ ਤੇਰੇ। ਹੁਣ ਜਿਹੜੀ ਤੂੰ ਬੰਨ ਲਈ ਸੋ ਤੇਰੀ ਹੈ। ਕਵੇ ਦੇ ਪਲ ਤੋਹੇ ਕੁਚੇਰੇ। ਇਹਦਾ ਤੈਨੂੰ ਕਦੀ ਫਲ ਮਿਲ ਜਾਏਗਾ, ਕੁਝ ਸਮੇਂ ਲਈ ਤੂੰ ਵੀ ਗੁਰੂ ਬਣ ਕੇ ਬੈਠੇਗਾ। ਤਰਾਸ ਕਰੇ ਸੁਣ ਕੇ ਗੁਰਬੈਨ। ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਗੁਲਾਬ ਰਾਏ ਡਰ ਗਿਆ। ਦੇਖ ਅਨੁਚਿਤੀ ਮਨ ਰਿਸ ਹੈ। ਕਹਿੰਦਾ ਮਹਾਰਾਜ ਤੁਹਾਨੂੰ ਤੁਸੀਂ ਮੇਰੀ ਗਲਤੀ ਤੇ ਵੀ ਗੁੱਸਾ ਨਹੀਂ ਕਰ ਰਹੇ, ਮੇਰੀ ਗਲਤੀ ਹੈ, ਮੈਂ ਤੁਹਾਡੀ ਦਸਤਾਰ ਗਲਤੀ ਨਾਲ ਚੁੱਕ ਕੇ ਬੰਨ੍ਹ ਲਈ ਤੇ ਤੁਸੀਂ ਮੇਰੇ ਤੇ ਗੁੱਸੇ ਹੋਣ ਦੀ ਬਜਾਏ ਮੈਨੂੰ ਸਗੋਂ ਹੋਰ ਬਖਸ਼ਿਸ਼ਾਂ ਕਰ ਰਹੇ ਹੋ। ਤਬ ਸਤਿਗੁਰੂ ਨੇ ਪਰ ਮੰਗਾਈ। ਸਤਿਗੁਰੂ ਜੀ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਨਵੀਂ ਦਸਤਾਰ ਹੋਰ ਆ ਗਈ। ਮਹਾਰਾਜ ਨੇ ਉਹ ਨਵੀਂ ਦਸਤਾਰ ਸਿਰ ਤੇ ਸਜਾ ਲਈ। ਆਸ ਵਿਲਾਸ ਕਰੇ ਸਮੁਦਾਈ। ਹੱਸਦੇ ਖੇਡਦੇ ਤਈ ਨੌਜਵਾਨ ਸਾਰੇ ਵਾਪਸ ਅਨੰਦਪੁਰ ਸਾਹਿਬ ਵੱਲ ਆ ਰਹੇ ਨੇ। ਪਲੋ ਭਜਾਇਓ ਥਿਰਨੇ ਰਿਓ। ਤੇ ਨਾਲੇ ਹੱਸਦੇ ਹੱਸਦੇ ਕਹਿੰਦੇ ਗੁਲਾਬ ਰਾਏ ਨੂੰ ਅੱਜ ਗੁਰੂ ਜੀ ਨੇ ਬੜਾ ਭਜਾਇਆ ਕਹਿੰਦੇ। ਨਾਲੇ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਤੁਸੀਂ ਤੇ ਇਹਨੂੰ ਕੱਪੜੇ ਨਹੀਂ ਸੁੱਧ ਨਹੀਂ ਰਹਿਣ ਦਿੱਤੀ। ਇਦਾਂ ਹੱਸਦੇ ਖੇਡਦੇ ਸਾਰੇ ਹੀ ਗੱਭਰੂ ਨੌਜਵਾਨ ਹਨ। 10ਵੇਂ ਪਾਤਸ਼ਾਹ ਵੀ ਜਵਾਨੀ ਚੜ੍ਹ ਰਹੇ ਹਨ ਤੇ ਸੰਗੋ ਸ਼ਾਹ ਤੇ ਸਾਰੀ ਉਹਨਾਂ ਦੀ ਆਲੇ ਦੁਆਲੇ ਜਿੰਨੀ ਵੀ ਫੌਜ ਹੈ ਉਹ ਗੁਰੂ ਸਾਹਿਬ ਦੇ ਨਾਲ ਹੱਸਦੇ ਬਿਲਾਸ ਖੇਡ ਕਰਦੇ ਹੋਏ ਆ ਰਹੇ ਹਨ। ਵਹਿ ਨਿਕਸ ਵੀ ਸੁਧ ਨਹਿ ਲਿਓ। ਕਹਿੰਦੇ ਗੁਲਾਬ ਰਾਏ ਦੇਖੋ ਅੱਜ ਕਿੰਨਾ ਘਬਰਾ ਗਿਆ ਸੀ, ਬਾਹਰ ਨਿਕਲ ਕੇ ਵੀ ਇਹਨੂੰ ਸੁੱਧ ਬੁੱਧ ਨਹੀਂ ਆਈ। ਪਾਣੀ ਵਿੱਚ ਤਾਂ ਇਹਨੂੰ ਕੀ ਆਉਣੀ ਸੀ, ਦਰਿਆ ਵਿੱਚ ਤਾਂ ਇਹਦੇ ਉਲਟੀ ਹੋਸ਼ ਉੱਡ ਗਈ ਸੀ ਇਹਦੀ, ਬਾਹਰ ਆ ਕੇ ਵੀ ਇਹਨੂੰ ਹੋਸ਼ ਨਹੀਂ ਆਈ। ਮਹਾਰਾਜ ਦੀ ਦਸਤਾਰ ਚੁੱਕ ਕੇ ਬੰਨ ਗਿਆ ਹੈ। ਜਬ ਹੈ ਗੁਰੂ ਅਨੰਦਪੁਰ ਤਿਆਗੀ। ਆਖੋ ਸਤਿਨਾਮ ਸ੍ਰੀ। ਸਾਧ ਸੰਗਤ ਜੀ, ਜਿਹੜਾ ਮਹਾਰਾਜ ਨੇ ਬਚਨ ਕੀਤਾ ਨਾ ਵੀ ਕੁਝ ਦਿਨ ਗੁਲਾਬ ਰਾਏ ਤੂੰ ਵੀ ਗੁਰੂ ਬਣੇਗਾ, ਉਹ ਕੀ ਹੋਇਆ ਸੀ ਜਦੋਂ 10ਵੇਂ ਪਾਤਸ਼ਾਹ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਅਬਚਰ ਨਗਰ ਜਾਨ ਕੋ ਲਾਗੇ। ਆਪਣਾ ਪਰਿਵਾਰ ਸਰਬੰਸ ਸ਼ਹੀਦ ਕਰਵਾ ਕੇ ਤੇ ਹਜੂਰ ਸਾਹਿਬ ਵੱਲ ਚਲੇ ਗਏ, ਦੱਖਣ ਨੂੰ ਚਲੇ ਗਏ। ਉੱਥੇ ਜਾ ਕੇ ਹਜੂਰ ਸਾਹਿਬ ਜੋਤੀ ਜੋਤ ਸਮਾ ਗਏ 10ਵੇਂ ਪਾਤਸ਼ਾਹ ਜੀ। ਤਾਂ ਜਾਏ ਬੈਕੁੰਠ ਪਧਾਰੀ। ਤਖਤ ਸ੍ਰੀ ਹਜੂਰ ਸਾਹਿਬ ਗੋਦਾਵਰੀ ਦੇ ਕੰਢੇ ਜੋਤੀ ਜੋਤ ਸਮਾ ਗਏ। ਮੈਂ ਪਿੱਛੇ ਕੋ ਗੁਰੂ ਨਿਹਾਰੀ। ਉਸ ਵੇਲੇ ਸੰਗਤਾਂ 'ਚ ਰੌਲਾ ਪੈ ਗਿਆ ਵੀ ਹੁਣ ਗੁਰੂ ਕੌਣ ਹੈ। ਗੁਰੂ ਮਹਾਰਾਜ ਤਾਂ ਕਹਿ ਗਏ ਵੀ ਮੇਰਾ ਖਾਲਸਾ ਹੀ ਗੁਰੂ ਹੈ। ਗੁਰੂ ਖਾਲਸਾ, ਖਾਲਸਾ ਗੁਰੂ ਆਪ ਤੇ ਹੋਏ ਐਸੀ ਬਿਦ ਸ਼ੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਆਤਮਾ ਹੈ ਤੇ ਗੁਰੂ ਕੇ ਪੰਜ ਪਿਆਰੇ ਸਾਡਾ ਸਰੀਰ ਹੈ। ਗੁਰੂ ਗ੍ਰੰਥ ਗੁਰੂ ਪੰਥ ਦਾ ਮਹਾਰਾਜ ਨੇ ਬਚਨ ਕੀਤਾ ਸੀ, ਪਰ ਸਾਰਿਆਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਤੇ ਉਸ ਗੱਲ ਦਾ ਫਾਇਦਾ ਉਠਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਗੁਲਾਬ ਰਾਏ ਨੇ ਗੱਦੀ ਲਾ ਲਈ। ਇਹ ਵੀ ਇਤਿਹਾਸ ਹੈ। 10ਵੇਂ ਪਾਤਸ਼ਾਹ ਤੋਂ ਬਾਅਦ ਅਨੰਦਪੁਰ ਵਿੱਚ ਗੁਲਾਬ ਰਾਏ ਗੁਰੂ ਬਣ ਕੇ ਬੈਠਾ ਸੀ। ਹਾਂਜੀ। ਤਬ ਅਨੰਦਪੁਰ ਸੁੰਨੀ ਜਾਨ। ਅਨੰਦਪੁਰ ਖਾਲੀ ਹੋ ਗਿਆ, ਸੱਜਾ ਹੋ ਗਿਆ। ਮਹਾਰਾਜ ਅਨੰਦਪੁਰ ਛੱਡ ਕੇ ਚਲੇ ਗਏ ਤੇ ਜਾ ਕੇ ਹਜੂਰ ਸਾਹਿਬ ਜੋਤੀ ਜੋਤ ਸਮਾ ਗਏ। ਤੇਰੇ ਗੁਲਾਬ ਰਾਏ ਤਹਿਆਨ। ਤਾਂ ਉਸ ਵੇਲੇ ਬਾਬਾ ਗੁਲਾਬ ਰਾਏ ਜੀ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਕੇ ਡੇਰਾ ਲਾ ਲਿਆ। ਹੋਲੀ ਦੀਪਮਾਲ ਕੋ ਮੇਲਾ। ਉੱਥੇ ਆ ਕੇ ਹੋਲੀ ਦਾ ਤੇ ਦੀਪਮਾਲਾ ਦਾ ਮੇਲਾ, ਜਿਵੇਂ ਹੋਲਾ ਮਹੱਲਾ ਨਾ, ਇਹ ਬਾਬਾ ਗੁਲਾਬ ਰਾਏ ਨੇ ਸ਼ੁਰੂ ਕੀਤਾ।
ਉੱਥੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਸੰਗਤਾਂ ਖਿੰਡ ਪੁੰਡ ਗਈਆਂ ਸੀ। ਖਾਲਸਾ ਬੜਾ ਸ਼ਹੀਦ ਹੋ ਗਿਆ ਸੀ। ਬਾਬੇ ਗੁਲਾਬ ਰਾਏ ਨੇ ਹੋਲੀ ਦਾ ਤੇ ਦੀਪਮਾਲਾ ਦਾ ਜੋੜ ਮੇਲਾ ਅਨੰਦਪੁਰ ਸਾਹਿਬ ਜਾਰੀ ਰੱਖਿਆ। ਲਹ ਗੁਰਪੁਰਬ ਕੋ ਹੋਏ ਸਕੇਲਾ। ਇਹ ਗੁਰੂ ਦੀ ਨਗਰੀ ਹੈ, ਗੁਰੂ ਖਾਲਸੇ ਦੀ ਧਰਤੀ ਹੈ ਅਨੰਦਪੁਰ ਸਾਹਿਬ। ਇਸ ਕਰਕੇ ਸੰਗਤਾਂ ਉੱਥੇ ਇਕੱਤਰ ਹੁੰਦੀਆਂ ਹਨ। ਅਬ ਮੰਜੀ ਕੋ ਬੈਠੇ ਲਾਏ। ਜਦੋਂ ਹੋਲੇ ਮਹੱਲੇ ਤੇ ਦੀਵਾਲੀ ਤੇ ਸੰਗਤਾਂ ਆਉਂਦੀਆਂ ਸੀ ਮੱਥਾ ਟੇਕਣ ਲਈ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਲਾ ਕੇ ਬੈਠਦੇ ਸੀ ਨਾ, ਉਦਾਂ ਹੀ ਗੁਲਾਬ ਰਾਏ ਬੈਠਣ ਲੱਗ ਪਿਆ। ਲੈ ਸੋ ਪੂਜਾ ਧਨ ਸਮੁਦਾਏ। ਤੇ ਸੰਗਤਾਂ ਦੀ ਮੱਥਾ ਟਿਕਾਣ ਲੱਗ ਪਿਆ, ਪੂਜਾ ਲੈਣ ਲੱਗ ਪਿਆ, ਕਿਉਂਕਿ ਕਹਿੰਦਾ ਸੀ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਭਤੀਜਾ ਆ, ਮੇਰਾ ਹੱਕ ਬਣਦਾ ਗੱਦੀ ਤੇ ਬੈਠਣ ਦਾ, ਹੁਣ ਮੈਂ ਗੁਰੂ ਹਾਂ। ਇਹਦਾ ਆਪਣੇ ਆਪ ਨੂੰ ਗੁਰੂ ਭਾਣ ਲੱਗ ਪਿਆ ਸੀ। ਕੇਤਕ ਵਰਤ ਰਿਓ ਤਹਿ ਜੀਵਤ। ਕਹਿੰਦੇ ਕਈ ਸਾਲ ਜਿਉਂਦਾ ਅਨੰਦਪੁਰ ਸਾਹਿਬ ਵਿੱਚ ਰਾਜ ਕਰਦਾ ਰਿਹਾ ਹੈ। ਸੰਗਤ ਮੈਂ ਗੁਰ ਆਪੇ ਥੀਵਤ। ਆਪਣੇ ਆਪ ਹੀ ਗੁਰੂ ਬਣ ਗਿਆ। ਮਹਾਰਾਜ ਨੇ ਕਿਹਾ ਸੀ ਨਾ ਕੁਝ ਦਿਨ ਤੂੰ ਵੀ ਕਰੇਗਾ, ਸਾਡੀ ਗੱਦੀ ਤੇ ਬੈਠੇਗਾ। ਉਹੀ ਗੱਲ ਬਣ ਗਈ। ਕੁਝ ਦਿਨਾਂ ਵਾਸਤੇ ਗੁਲਾਬ ਰਾਏ ਸੰਗਤਾਂ ਵਿੱਚ ਗੁਰੂ ਬਣ ਬੈਠਾ। ਇਹ ਬਚ ਕਰਿਓ ਸਫਰ ਤਬ ਭਇਓ। ਇਹ ਉਹ ਬਚਨ ਸੀ ਜਦੋਂ ਮਹਾਰਾਜ ਨੇ ਦਸਤਾਰ ਦੇ ਗੁਲਾਬ ਰਾਏ ਨੇ ਮਹਾਰਾਜ ਦੀ ਦਸਤਾਰ ਪਾਣੀ ਚੋਂ ਨਿਕਲ ਕੇ ਆਪਣੇ ਸਿਰ ਤੇ ਬੰਨ੍ਹ ਲਈ ਸੀ। ਉਹ ਬਚਨ ਪੂਰਾ ਹੋਇਆ ਫਿਰ ਜਦੋਂ ਮਹਾਰਾਜ ਜੋਤੀ ਜੋਤ ਸਮਾਏ। ਤਾਂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਗੁਲਾਬ ਰਾਏ ਗੁਰੂ ਦੀ ਪੱਗ ਬੰਨ੍ਹ ਕੇ, ਗੁਰੂ ਦੀ ਮੰਜੀ ਲਾ ਕੇ, ਗੁਰੂ ਦਾ ਤਖਤ ਲਾ ਕੇ ਬੈਠ ਗਿਆ। ਔਰ ਅਹੰਕਾਰ ਅਧਿਕ ਹੋਏ ਗਇਓ। ਤੇ ਮਨ 'ਚ ਹੰਕਾਰ ਬੜਾ ਹੋ ਗਿਆ। ਮਾਇਆ ਬੜੀ ਅੰਨੀ ਚੀਜ਼ ਹੈ ਸਾਧ ਸੰਗਤ ਜੀ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਝੋਲਾ। ਹੰਕਾਰੀ ਹੋ ਗਿਆ ਫਿਰ ਬਾਬਾ ਗੁਲਾਬ ਰਾਏ। ਸਤਿਗੁਰ ਬੈਠਣ ਕੋਜੇ ਥਾਨ। ਇੰਨਾ ਹੰਕਾਰੀ ਹੋ ਗਿਆ ਵੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠਿਆ ਕਰਦੇ ਸਨ, ਪੂਜਾ ਹਿਤ ਬੈਠੇ ਤੇ ਆਨ। ਉੱਥੇ ਉਸ ਗੱਦੀ ਤੇ ਬਹਿਣ ਲੱਗ ਪਿਆ, ਉਸ ਤਖਤ ਤੇ ਬਹਿਣ ਲੱਗ ਪਿਆ ਆਪਣੀ ਪੂਜਾ ਕਰਾਉਣ ਲਈ। ਇੱਕ ਗੁਰਬਖਸ਼ ਸਾਧ ਤੇ ਤਿਆਗਾ। ਗੁਰੂ ਗੋਬਿੰਦ ਸਿੰਘ ਜਾਣ ਲੱਗਿਆ ਅਨੰਦਪੁਰ ਸਾਹਿਬ ਇੱਕ ਮਹਾਂਪੁਰਸ਼ ਉਦਾਸੀ ਸੰਤ ਬਾਬਾ ਗੁਰਬਖਸ਼ ਜੀ ਨੂੰ ਛੱਡ ਗਏ ਸਨ। ਸ੍ਰੀ ਗੁਰੂ ਤੇਗ ਬਹਾਦਰ ਜਾਗਾ। ਬਾਬਾ ਗੁਰਬਖਸ਼ ਜੀ ਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਸੀਸਗੰਜ ਗੁਰਦੁਆਰੇ ਦੀ ਸੇਵਾ ਕਰਿਆ ਕਰਦੇ। ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਜਪੀ ਤਪੀ ਹੋਏ ਹਨ। ਧੂਪ ਦੀਪ ਨਿਤ ਕਰਦੇ ਰਹੀਏ। ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸਨ ਗੁਰਬਖਸ਼ ਨੂੰ ਕਿ ਤੁਸੀਂ ਸਾਡੇ ਤੋਂ ਬਾਅਦ ਇਸ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਦੀਵਾ ਬੱਤੀ ਦੀ ਧੂਪ ਦੀ ਸੇਵਾ ਕਰਦੇ ਰਹਿਣਾ ਹੈ। ਆਰ ਤਾਰ ਜੈ ਬੋਲੇ ਚਾਹੀਏ। ਤੇ ਇਹ ਜਗ੍ਹਾ ਛੱਡ ਕੇ ਹੋਰ ਕਿਤੇ ਨਹੀਂ ਜਾਣਾ। ਰਹਿ ਜੋ 200 ਤਿਸ ਕੀ ਥਾਨ। ਸੋ ਸਾਧ ਸੰਗਤ ਜੀ, ਇਹ ਗੁਰੂ ਮਹਾਰਾਜ ਦੀ ਧਰਤੀ ਸ੍ਰੀ ਅਨੰਦਪੁਰ 'ਚ ਉਹ ਮਹਾਂਪੁਰਸ਼ ਰਹਿੰਦਾ ਸੀ, ਕਦੀ ਜਾਂਦਾ ਨਹੀਂ ਸੀ ਇੱਥੋਂ। ਲਿਖਿਓ ਗੁਲਾਬ ਰਾਏ ਕੋ ਮਾਨ। ਜਦੋਂ ਬਾਬੇ ਗੁਰਬਖਸ਼ ਨੇ ਵੇਖਿਆ ਵੀ ਬਾਬਾ ਗੁਲਾਬ ਰਾਏ ਹੰਕਾਰੀ ਹੋ ਗਿਆ ਹੈ, ਜਬ ਗੁਰ ਥਲ ਪਰ ਬੈਠਿਓ ਜਾਏ। ਜਦੋਂ ਮਹਾਰਾਜ ਦੀ ਗੱਦੀ ਤੇ ਜਾ ਬੈਠਾ, ਗੁਰੂ ਦੇ ਤਖਤ ਤੇ ਜਾ ਕੇ ਬੈਠ ਗਿਆ, ਤਬ ਗੁਰਬਖਸ਼ ਸਾਧ ਤਹਿ ਆਏ। ਤਾਂ ਬਾਬਾ ਗੁਰਬਖਸ਼ ਕੋਲੋਂ ਬਰਦਾਸ਼ਤ ਨਹੀਂ ਹੋਇਆ। ਸਾਧ ਸੰਗਤ ਜੀ, ਅਸੀਂ ਜਿੱਡੇ ਮਰਜ਼ੀ ਵੱਡੇ ਬਣ ਜਾਈਏ ਪਰ ਗੁਰੂ ਮਹਾਰਾਜ ਦੀ ਰੀਸ ਨਾ ਕਰਿਆ ਕਰੀਏ। ਕਿਤੇ ਵੀ ਉਹਨਾਂ ਦੀ ਆਪਾਂ ਰੀਸ ਨਹੀਂ ਕਰ ਸਕਦੇ, ਨਾ ਉਹਨਾਂ ਦੀ ਗੱਦੀ ਤੇ ਬੈਠ ਸਕਦੇ ਹਾਂ, ਨਾ ਉਹਨਾਂ ਦੇ ਕਿਸੇ ਵੀ ਕੌਤਕ ਦੀ ਆਪਾਂ ਰੀਸ ਕਰ ਸਕਦੇ। ਸੋ ਜਦੋਂ ਮਹਾਰਾਜ ਦੀ ਰੀਸ ਵਿੱਚ ਗੁਰਬਖਸ਼ ਸਾਧ ਨੇ ਇੱਦਾਂ ਕੀਤਾ, ਗੁਲਾਬ ਰਾਏ ਨੇ ਇੱਦਾਂ ਕੀਤਾ, ਤਾਂ ਬਾਬਾ ਗੁਰਬਖਸ਼ ਜੀ ਕੋਲ ਜਰਿਆ ਨਹੀਂ ਗਿਆ। ਪਹਿਲਾਂ ਤਾਂ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਰਨ ਅਜੋਗ ਨ ਤੋਹਿ ਬਨ ਆਇਓ। ਕਿ ਸੋਢੀ ਸਾਹਿਬ ਜੀ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਨਹੀਂ ਤੁਸੀਂ ਕਰ ਸਕਦੇ। ਉਹ ਅਵਤਾਰ ਸਨ, ਅਕਾਲ ਪੁਰਖ ਪਰਮੇਸ਼ਰ ਦੀ ਨਿਰੰਕਾਰ ਦੀ ਜੋਤ ਸਨ। ਤੇ ਤੂੰ ਠੀਕ ਹੈ ਉਹਨਾਂ ਦਾ ਭਤੀਜਾ ਲੱਗਦਾ ਹੈ, ਪਰ ਉਹਨਾਂ ਵਰਗਾ ਨਹੀਂ ਬਣ ਸਕਦਾ। ਅਦਬ ਰੱਖਨੋ ਜਿਸ ਤਨ ਕੇਰਾ। ਜਿਹੜੀ ਗੁਰੂ ਦੀ ਗੱਦੀ ਹੈ, ਗੁਰੂ ਦਾ ਤਖਤ ਹੈ, ਇਹਨਾਂ ਦੇ ਅਦਬ ਰੱਖਣਾ ਚਾਹੀਦਾ, ਸਤਿਕਾਰ ਰੱਖਣਾ ਚਾਹੀਦਾ ਹੈ। ਐ ਬੈਠੇ ਕਿਆ ਮਨੇ ਉਚੇਰਾ। ਤੇ ਇਹਦੇ ਉੱਤੇ ਬਹਿ ਕੇ ਉੱਚਾ ਨਹੀਂ ਹੋਈਦਾ ਹੁੰਦਾ, ਬਲਕਿ ਇਹਦੇ ਕੇ ਝੁੱਕ ਕੇ ਉੱਚਾ ਹੋਈਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਗੁਰੂ ਘਰ ਦੇ ਜੋੜੇ ਝਾੜ ਕੇ ਬੰਦਾ ਉੱਚਾ ਬਣਦਾ। ਜੇ ਗੁਰੂ ਘਰ ਦੇ ਗੁੰਬੜ ਤੇ ਜਾ ਕੇ ਬਵੇ ਵੀ ਮੈਂ ਗੁਰਦੁਆਰੇ ਦੇ ਉੱਚਾ ਬਣ, ਉਹ ਉੱਚਾ ਨਹੀਂ ਬਣਦਾ। ਇੱਥੇ ਸੇਵਾ ਕਰਕੇ ਮਾਣ ਮਿਲਦਾ। ਹਾਂਜੀ, तुझको दोष लगा ए भारी, ਤੈਨੂੰ ਬੜਾ ਦੋਸ਼ ਲੱਗੇਗਾ, ਪਾਪ ਲੱਗੇਗਾ ਇੱਥੇ ਬੈਠਣ ਦਾ। भले कर्म को दूर बिदारी, ਤੇਰੇ ਚੰਗੇ ਕੰਮ ਨਾਸ ਹੋ ਜਾਣਗੇ, ਪਾਪ ਤੇਰੇ ਜਾਗ ਪੈਣਗੇ। क्यों अपराध विषाद कमावे, ਇਹ ਗਲਤੀ ਕਿਉਂ ਕਰਦਾ ਹੈ, ਇਹ ਅਪਰਾਧ ਕਿਉਂ ਕਰਦਾ ਹੈ? ਇਦਾਂ ਦੀ ਕਰਤੂਤਾਂ ਨਹੀਂ, ਉਹ ਕੰਮ ਨਹੀਂ ਕਰੀਦਾ ਜਿਹਦੇ ਨਾਲ ਬੰਦੇ ਦੇ ਪਾਪ ਜਾਗ ਪੈਣ ਤੇ ਪੁੰਨ ਸੜ ਜਾਣ। ਹਾਂਜੀ, बैठे पर बन लियो तन आवे, ਹੋਰ ਥਾਂ ਤੇ ਬੈਠਾ ਰਹੋ, ਗੁਰੂ ਦੀ ਗੱਦੀ ਤੇ ਨਾ ਬੈਠ, ਹੋਰ ਡੇਰਾ ਬਣਾ ਲੈ, ਹੋਰ ਕੋਈ ਜਗ੍ਹਾ ਬਣਾ ਲੈ, ਉੱਥੇ ਤੇਰੀ ਪੂਜਾ ਹੋਈ ਜਾਏਗੀ। सुनत गुलाब राय खिज महा, ਬਾਬੇ ਗੁਰਬਖਸ਼ ਦਾ ਇਹ ਬਚਨ ਸੁਣ ਕੇ ਗੁਲਾਬ ਰਾਏ ਹੰਕਾਰੀ ਗੁੱਸੇ 'ਚ ਆ ਗਿਆ, ਕ੍ਰੋਧ 'ਚ ਆ ਗਿਆ, ਖਿਝ ਗਿਆ। बोलियो तू जानत है कहाँ, ਤੇ ਬਾਬਾ ਗੁਰਬਖਸ਼ ਨੂੰ ਬੜੇ ਹੰਕਾਰ ਨਾਲ ਬੋਲਿਆ, ਓਏ ਸਾਧਾ ਤੂੰ ਕੀ ਜਾਣਦਾ, ਤੈਨੂੰ ਕੀ ਪਤਾ ਹੈ? है फकीर जाने सुध सोई, ਤੂੰ ਤੇ ਫਕੀਰ ਹੈ, ਤੈਨੂੰ ਨਹੀਂ ਪਤਾ। ਅਸੀਂ ਗੁਰੂ ਲੋਕ ਹੁੰਦੇ ਆ, ਸਾਨੂੰ ਪਤਾ ਸੋਢੀਆਂ ਨੂੰ ਗੁਰੂ ਘਰ ਦੀ ਕੀ ਮਰਜ਼ਾਦਾ ਹੈ। गुरुवर की सूझत न ਤੂੰ कोई, ਫਕੀਰਾਂ ਵਾਲੀ ਗੱਲ ਕਰਿਆ ਕਰ, ਤੈਨੂੰ ਗੁਰੂਆਂ ਦੀ ਕੋਈ ਸੋਝੀ ਨਹੀਂ ਹੈ। टूटे घूंघट को मत तेरो, ਕਹਿੰਦੇ ਤੇਰੇ ਮਤ ਦਾ ਘੁੰਗੜ ਦੂਰ ਹੋ ਜਾਏਗਾ। ਹਾਂਜੀ, हमरी दिस क्या कर है चेरो, ਸਾਡੇ ਵੱਲ ਕੀ ਝਗੜਾ ਕਰਦਾ ਹੈ? ਹਾਂਜੀ, सुन गुरबख्श क्रोध और धारा, ਇਹ ਸੁਣ ਕੇ ਬਾਬਾ ਗੁਰਬਖਸ਼ ਜੀ ਨੂੰ ਵੀ ਗੁੱਸਾ ਆ ਗਿਆ। करो समुख एम श्राप उचारा, ਬਾਬਾ ਗੁਰਬਖਸ਼ ਜੀ ਸਾਹਮਣੇ ਖੜੇ ਸਨ, ਉਹਨਾਂ ਨੇ ਗੁਲਾਬ ਰਾਏ ਸੋਢੀ ਨੂੰ ਇਹ ਸਰਾਪ ਦੇ ਦਿੱਤਾ, केतक दिन में बंस बिहीना, ਜਾ ਗੁਲਾਬ ਰਾਏ ਤੇਰੀ ਬੰਸ ਨਾਸ ਹੋ ਜਾਏਗੀ, ਤੇਰੀ ਅੱਗੇ ਅੰਸ ਬੰਸ ਨਹੀਂ ਚੱਲੇਗੀ। रहे न गेहूं मारे होई छीना, ਜਿਹੜੇ ਤੇਰੇ ਬੱਚੇ ਨੇ ਇਹ ਵੀ ਨਹੀਂ ਲੈਣਗੇ, ਅੱਗੇ ਅੰਸ ਬੰਸ ਦੁਨੀਆ ਤੇ ਨਾਮੋ ਨਿਸ਼ਾਨ ਮਿਟ ਜਾਏਗਾ। देकर श्राप सुकीन अनादर, ਕਹਿਤਾ ਕਹਿ ਕੇ ਸਰਾਪ ਦੇ ਦਿੱਤਾ ਬਾਬੇ ਗੁਰਬਖਸ਼ ਜੀ ਨੇ। तेरे आन से तेग बहादुर, ਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ, ਉੱਥੇ ਆ ਕੇ ਸੀਸਗੰਜ ਗੁਰਦੁਆਰੇ ਦੀ ਸੇਵਾ 'ਚ ਬਾਬਾ ਗੁਰਬਖਸ਼ ਜੀ ਲੱਗ ਗਏ। श्राप साध को तचन होयो, ਕਹਿੰਦੇ ਸਾਧੂ ਦਾ ਬਚਨ ਬਿਰਥਾ ਨਹੀਂ ਜਾਂਦਾ, ਉਹ ਅਟਲ ਹੋ ਗਿਆ ਸਾਧੂ ਦਾ ਸਰਾਪ। लाभ मूल को सब ही खोयो, ਕਹਿੰਦੇ ਲਾਭ ਮੂਲ ਸਾਰਾ ਹੀ ਖਤਮ ਹੋ ਗਿਆ, ਨਾ ਉਹਦਾ ਕੋਈ ਅੱਗੇ ਬੱਚਾ ਬਚਿਆ, ਨਾ ਕੋਈ ਅੱਗੇ ਵਾਧਾ ਹੋਇਆ। भयो विनाश थयो न सोई, ਉਹਦੀ ਅੰਸ ਬੰਸ, ਉਹਦੇ ਬੱਚੇ ਖਤਮ ਹੋ ਗਏ, ਉਹਦਾ ਪੁੱਤਰ ਪੋਤਰਾ ਪੜਪੋਤਰਾ ਅੱਜ ਦੁਨੀਆ ਦੇ ਕੋਈ ਨਜ਼ਰ ਨਹੀਂ ਆਉਂਦਾ। गुरु बाग सफल्यो एम ਇਹ होई, ਗੁਰੂ ਸਾਹਿਬ ਦਾ ਬਚਨ ਸਫਲਾ ਹੋਇਆ ਹੈ। ਸੋ ਸਾਧ ਸੰਗਤ ਜੀ, ਉਹ ਬਾਬਾ ਗੁਲਾਬ ਰਾਏ ਜੀ ਨੇ ਗੁਰੂ ਗੋਬਿੰਦ ਸਿੰਘ ਦੀ ਪੱਗ ਉਦਾਂ ਹੀ ਘਬਰਾ ਕੇ ਸਿਰ ਤੇ ਰੱਖ ਲਈ ਸੀ ਕਾਹਲੀ ਦੇ ਨਾਲ। ਉਹ ਗੁਰੂ ਸਾਹਿਬ ਤੋਂ ਬਾਅਦ ਕੁਝ ਮਹੀਨੇ ਕੁਝ ਸਾਲ ਸਿੱਖਾਂ ਦਾ ਗੁਰੂ ਬਣ ਕੇ ਵਿਖਾਉਣ ਦੀ ਕੋਸ਼ਿਸ਼ ਵੀ ਕਰਦਾ ਰਿਹਾ। ਭਾਵੇਂ ਸਿੱਖਾਂ ਨੇ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਪਰ ਆਪਣੇ ਵੱਲੋਂ ਉਹਨੇ ਕੋਸ਼ਿਸ਼ ਕੀਤੀ ਸੀ, ਜਿਹਦੇ ਕਰਕੇ ਉਹ ਦੁਨੀਆ ਤੋਂ ਬੇਔਲਾਦਾ ਹੀ ਚਲਾ ਗਿਆ। ਇਸ ਤਰ੍ਹਾਂ ਦੇ ਬਚਨ ਹਨ। ਗੁਰੂ ਮਹਾਰਾਜ ਦੀ ਕਥਾ ਹੈ, 10ਵੇਂ ਪਾਤਸ਼ਾਹ ਜੀ ਦੀ ਅਗਾਧ ਬੋਧ ਹੈ। ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।